गोंड भैरव भूत शीतला तावै। भगत नामदेव जी का तेज प्रताप सुन के देवी देवतियां दे बहुत सारे उपासक लोग इकट्ठे हो के भगत जी दे कोल आए ਅਤੇ ਆ ਕੇ ਕਹਿਣ ਲੱਗੇ ਕਿ ਤੂੰ ਸਾਡੇ ਕੋਲੋਂ ਦੇਵੀ ਦੇਵਤਿਆਂ ਦੀ ਉਪਾਸਨਾ ਕਰਨੀ ਸਿੱਖ ਲੈ ਅਤੇ ਸਾਨੂੰ ਪਰਮੇਸ਼ਰ ਦੇ ਨਾਮ ਦਾ ਉਪਦੇਸ਼ ਦੇ ਦੇਣਾ ਕਰ। ਇਹ ਗੱਲ ਸੁਣ ਕੇ ਭਗਤ ਨਾਮਦੇਵ ਜੀ ਕਹਿਣ ਲੱਗੇ ਹਾਉ ਤੋ ਏਕ ਰਮਈਆ ਲੈ ਹੋ। ਲਓ ਪਹਿਲਾਂ ਰਹਾਉ ਦੀ ਪੰਕਤੀ ਤੋਂ ਅਰਥ ਚੁੱਕਦੇ ਹਾਂ। ਗੌਂਡ ਰਾਗ ਦੇ ਵਿੱਚ ਭਗਤ ਨਾਮਦੇਵ ਜੀ ਦਾ ਇਹ ਪਾਵਨ ਸ਼ਬਦ ਉਚਾਰਿਆ। ਰਹਾਉ ਤੋਂ ਅਰਥ ਜੇ ਚੱਲੇਗਾ ਤਾਂ ਵਿਵਸਥਾ ਸਹੀ ਬੈਠੇਗੀ। ਪਿਆਰ ਨਾਲ ਸੁਣੋ ਜੀ। ਹੋ ਤਾ ਏਕ ਰਮਈਆ ਲੈ ਹੋ। ਇਹ ਭਾਈ ਮੈਂ ਤਾਂ ਇੱਕ ਰਮੇ ਹੋਏ ਪਰਮੇਸ਼ਰ ਦਾ ਨਾਮ ਹੀ ਲੈਂਦਾ ਹਾਂ, ਤੁਸੀਂ ਵੀ ਲੈਣਾ ਤੇ ਆਓ ਬੈਠੋ। ਆਪਾਂ ਸਾਰੇ ਰਲ ਕੇ ਲੈਂਦੇ ਹਾਂ, ਗੱਜ ਕੇ ਕਹਿ ਦੋ ਸਤਨਾਮ ਸ੍ਰੀ ਵਾਹਿਗੁਰੂ ਜੀ। ਆਨ ਦੇਵ ਬਦਲਾਵ ਨੇ ਦਹਾ। ਹੋਰ ਦੇਵੀ ਦੇਵਤਿਆਂ ਦੀ ਉਪਾਸਨਾ ਵੱਟੇ ਮੈਂ ਪਰਮੇਸ਼ਰ ਦੇ ਨਾਮ ਨੂੰ ਸਸਤਾ ਜਾਣ ਕੇ ਤੁਹਾਨੂੰ ਨਾਮ ਦਾ ਉਪਦੇਸ਼ ਨਹੀਂ ਦੇਵਾਂਗਾ, ਜਾਂ ਹੋਰਨਾਂ ਦੇਵੀ ਦੇਵਤਿਆਂ ਦੀ ਉਪਾਸਨਾ ਨੂੰ ਮੈਂ ਹਿਰਦੇ ਵਿੱਚੋਂ ਬਦਲਾ ਦਿੱਤਾ ਹੈ। ਭਾਵ ਮੈਂ ਕਿਸੇ ਵੀ ਦੇਵੀ ਦੇਵਤੇ ਦੀ ਉਪਾਸਨਾ ਨਹੀਂ ਕਰਦਾ, ਕਿਉਂਕਿ ਦੇਵੀ ਦੇਵਤਿਆਂ ਦੀ ਉਪਾਸਨਾ ਕਰਨ ਨਾਲ ਇਹ ਫਲ ਪ੍ਰਾਪਤ ਹੁੰਦਾ ਹੈ ਜੋ ਹੁਣ ਤੁਹਾਨੂੰ ਦੱਸਦੇ ਹਾਂ। ਆਰੰਭ ਤੋਂ ਸ਼ਬਦ ਦੀ ਕਥਾ ਸੁਣੋ ਜੀ। ਭੈਰਵ ਭੂਤ ਸੀਤਲਾ ਤਾਵੈ। ਜਿਹੜਾ ਪੁਰਖ ਇੱਕ ਵਾਹਿਗੁਰੂ ਜੀ ਦਾ ਨਾਮ ਜਪਣਾ ਛੱਡ ਕੇ ਭੈਰੋਂ ਦੀ ਉਪਾਸਨਾ ਕਰਦਾ ਹੈ, ਜਾਂ ਭੂਤਾਂ ਪ੍ਰੀਤਾਂ ਦਾ ਉਪਾਸਕ ਹੈ, ਜਾਂ ਸੀਤਲਾ ਨੂੰ ਧਾਵੈ ਅਰਾਧਨਾ ਕਰਦਾ ਹੈ, ਜਾਂ ਇਹਨਾਂ ਦੀ ਉਪਾਸਨਾ ਕਰਨ ਵੱਲ ਦੌੜਦਾ ਹੈ। ਅਰਥਾਤ ਇਹ ਨਿਯਮ ਹੈ ਕਿ ਜਿਹਦੀ ਉਪਾਸਨਾ ਕੀਤੀ ਜਾਵੇ, ਜੇ ਉਪਾਸਨਾ ਪੂਰੀ ਹੋ ਜਾਵੇ ਤਾਂ ਉਹ ਦੇਵਤੇ ਦਾ ਰੂਪ ਹੋ ਜਾਂਦਾ, ਕਿਉਂਕਿ ਇਹੀ ਅਸੂਲ ਹੈ ਰੱਬ ਦੇ ਘਰ ਦਾ। ਜੇ ਉਪਾਸਨਾ ਪੂਰੀ ਹੋ ਜਾਏ ਤਾਂ ਉਪਾਸਕ ਉਪਾਸੇ ਦਾ ਰੂਪ ਹੋ ਜਾਂਦਾ, ਪਰ ਜੇ ਉਪਾਸਨਾ ਅਧੂਰੀ ਰਹਿ ਜਾਏ, ਪੂਰੀ ਨਾ ਹੋਵੇ, ਤਾਂ ਉਸ ਦਾ ਵਾਹਨ ਬਣਨਾ ਤਾਂ ਵੱਟ 'ਤੇ ਪਿਆ, ਉਹ ਤਾਂ ਬਣਨਾ ਹੀ ਪਊਗਾ। ਜਿਵੇਂ ਜੋ ਪੁਰਖ ਭੈਰੋਂ ਦੀ ਉਪਾਸਨਾ ਕਰਦਾ ਹੈ, ਜੇਕਰ ਭੈਰੋਂ ਦੀ ਉਪਾਸਨਾ ਪੂਰੀ ਹੋ ਜਾਏ ਤਾਂ ਉਪਾਸਨਾ ਕਰਨ ਵਾਲਾ ਉਹ ਪੁਰਖ ਭੈਰੋਂ ਦਾ ਭਿਆਨਕ ਰੂਪ ਧਾਰਨ ਕਰ ਲੈਂਦਾ। ਜੇਕਰ ਉਪਾਸਨਾ ਵਿੱਚ ਨਿਊਨਤਾ ਰਹਿ ਜਾਵੇ ਤਾਂ ਉਪਾਸਕ ਪੁਰਖ ਉਸ ਦਾ ਵਾਹਨ ਪਾਪ ਕੁੱਤਾ ਬਣ ਜਾਂਦਾ ਹੈ ਅਤੇ ਪੈਰੋਂ ਉਹਦੇ 'ਤੇ ਚੜ੍ਹ ਕੇ ਸਵਾਹ ਉਡਾਉਂਦਾ ਹੈ। ਜਿਹੜੇ ਪੁਰਖ ਭੂਤਾਂ ਦੀ ਉਪਾਸਨਾ ਕਰਦੇ ਨੇ, ਯਾਨੀ ਆ ਵਡਭਾਗ ਸਿੰਘ ਦੇ ਡੇਰੇ ਜਾਂਦੇ ਹਨ। ਮੈਂ ਉੱਥੇ ਗਿਆ ਹਾਂ ਅੰਮ੍ਰਿਤ ਛਕਣ ਤੋਂ ਪਹਿਲਾਂ, ਬਾਅਦ 'ਚ ਨਹੀਂ, ਕਿਉਂਕਿ ਬੱਚਾ ਮਾਂ ਪਿਓ ਦੇ ਵੱਸ ਹੁੰਦਾ। ਪਿੰਡਾਂ ਪੁੰਡਾਂ 'ਚ ਇਹੀ ਕੁਛ ਹੁੰਦਾ ਵੀ ਚਲੋ ਅਨੰਦਪੁਰ ਅਤੇ ਚੱਲੋਗਾ ਪਹਾੜਾਂ ਦੇ ਵਿੱਚ। ਕਈ ਕਹਿੰਦੇ ਜੀ ਉੱਥੇ ਤਾਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੀ ਹੈ, ਗੁਰਦੁਆਰਾ ਹੀ ਹੈ। ਠੀਕ, ਮੈਂ ਦਰਸ਼ਨ ਕੀਤੇ ਨੇ, ਨਿਸ਼ਾਨ ਸਾਹਿਬ ਵੀ ਹੈ, ਗੁਰੂ ਮਹਾਰਾਜ ਦਾ ਪ੍ਰਕਾਸ਼ ਵੀ ਹੈ, ਬਟ ਉੱਥੇ ਮਰਿਆਦਾ ਗੁਰੂ ਘਰ ਦੀ ਨਹੀਂ ਹੈ। ਪ੍ਰਕਾਸ਼ ਜ਼ਰੂਰ ਗੁਰੂ ਜੀ ਦਾ ਹੈ, ਪਰ ਮਰਿਆਦਾ ਜਿਹੜੀ ਹੈ ਉਹਨਾਂ ਭੂਤਾਂ ਵਾਲੇ ਬਾਬਿਆਂ ਦੀ ਆਪਣੀ ਹੋਈ ਹੈ।
ਪਹਿਲੀ ਗੱਲ ਤਾਂ ਸਾਡਾ ਪਰਸ ਉੱਥੋਂ ਚੋਰੀ ਹੋ ਗਿਆ। ਲੱਭਿਆ ਕਿੱਥੋਂ? ਨਿਸ਼ਾਨ ਸਾਹਿਬ ਦੇ ਥੜੇ ਤੋਂ। ਮਤਲਬ ਨਿਸ਼ਾਨ ਸਾਹਿਬ ਥੜੇ ਜਿੱਥੇ ਮੱਥਾ ਟੇਕਣਾ, ਇੱਕ ਤਾਂ ਉੱਥੇ ਨੰਗੇ ਸਿਰ ਬੀਬੀਆਂ, ਮਾਈ ਭਾਈ ਸਿਰ ਘੁਮਾ ਰਹੇ, ਅਤੇ ਦੂਜਾ ਬਟੂਏ ਹੀ ਬਟੂਏ, ਪਰਸ ਹੀ ਪਰਸ, ਪੈਸੇ ਹੀ ਪੈਸੇ, ਮਤਲਬ ਪੈਸੇ ਵਿੱਚੋਂ ਕੱਢੇ ਹੋਏ ਸੀ। ਉਹ ਖਾਲੀ ਪਰਸ ਉੱਤੇ ਸੁੱਟ ਜਾਂਦੇ ਸੀ। ਆਪਾਂ ਬਥੇਰਾ ਲੱਭਿਆ, ਸਾਨੂੰ ਤਾਂ ਨਹੀਂ ਲੱਭਿਆ। ਇੰਨੀ ਚੋਰੀ ਹੈ। ਅਤੇ ਜਿੱਥੇ ਮਹਾਰਾਜ ਦਾ ਪ੍ਰਕਾਸ਼ ਹੈ, ਬਿਲਕੁਲ ਉਹਦੇ ਸਾਹਮਣੇ ਕੋਈ ਕਿਸੇ ਦਾ ਸਿਰ ਨਹੀਂ ਟੱਕਿਆ, ਨਾ ਕੋਈ ਸੇਵਾਦਾਰ, ਕੋਈ ਉੱਥੇ ਨਹੀਂ ਰੋਕਣ ਵਾਲਾ ਹੈ। ਧੌਲੀ ਧਾਰ, ਉੱਥੇ ਵੀ ਤਰ੍ਹਾਂ ਤਰ੍ਹਾਂ ਦੀਆਂ ਭਿਆਨਕ ਆਵਾਜ਼ਾਂ ਆਉਂਦੀਆਂ। ਤੋ ਇਸ ਵਾਸਤੇ ਉੱਥੇ ਮਹਾਰਾਜ ਦੀ ਉਪਾਸਨਾ ਨਹੀਂ ਆਪਾਂ ਕਹਿ ਸਕਦੇ, ਉਹ ਤਾਂ ਭੂਤਾਂ ਦੀ ਉਪਾਸਨਾ ਹੈ। ਜਿਹੜਾ ਪੁਰਖ ਭੂਤਾਂ ਦੀ ਉਪਾਸਨਾ ਕਰਦਾ, ਕਿਸੇ 'ਚੋਂ ਕੱਢਤਾ, ਕਿਸੇ 'ਚ ਪਾਤਾ। ਜੇਕਰ ਉਹਦੀ ਉਪਾਸਨਾ ਪੂਰੀ ਹੋ ਜਾਏ ਤਾਂ ਭੂਤਾਂ ਦਾ ਹੀ ਰੂਪ ਬਣ ਜਾਂਦਾ। ਜੇਕਰ ਉਪਾਸਨਾ 'ਚ ਨਿਹੁਣਤਾ ਰਹਿ ਜਾਵੇ ਤਾਂ ਉਹਦਾ ਵਾਹਨ ਵਾਵਰੋਲਾ ਜ਼ਰੂਰ ਬਣਨਾ ਪੈਂਦਾ। ਭੂਤਾਂ ਦਾ ਵਾਹਨ ਵਾਵਰੋਲਾ ਮੰਨਿਆ। ਭੂਤ ਉਹਦੇ 'ਤੇ ਚੜ੍ਹ ਕੇ ਸਵਾਹ ਉਡਾਉਂਦਾ ਹੈ। ਜੋ ਪੁਰਖ ਸ਼ੀਤਲਾ ਦੀ ਉਪਾਸਨਾ ਕਰਦਾ ਹੈ, ਮਾਤਾ ਰਾਣੀ, ਜੇਕਰ ਉਹਦੀ ਉਪਾਸਨਾ ਪੂਰੀ ਹੋ ਜਾਏ। ਸਾਡਾ ਪ੍ਰਾਇਮਰੀ ਸਕੂਲ ਮਾਤਾ ਰਾਣੀ ਦੇ ਕੋਲ ਹੁੰਦਾ ਸੀ। ਆਪਾਂ ਉੱਥੇ ਜਾ ਕੇ ਦੇਖਣਾ। ਭਲਵਾਨੀ ਅਖਾੜਾ ਵੀ ਸੀਗਾ। ਮਤਲਬ ਜਗ੍ਹਾ ਕੋਈ ਨਹੀਂ ਛੱਡੀ, ਆਪਾਂ ਦੇਖਿਆ ਜ਼ਰੂਰ ਹੈ ਹਰੇਕ ਜਗ੍ਹਾ ਜਾ ਕੇ। ਜੇਕਰ ਉਹਦੀ ਉਪਾਸਨਾ ਪੂਰੀ ਹੋ ਜਾਏ ਤਾਂ ਪੁਰਸ਼ ਬੰਦੇ ਤੋਂ ਜਨਾਨੀ ਬਣ ਜਾਂਦਾ। ਜੇਕਰ ਉਪਾਸਨਾ 'ਚ ਨਿਹੁਣਤਾ ਰਹਿ ਜਾਏ ਤਾਂ ਉਹਦਾ ਵਾਹਨ ਗਧਾ ਤਾਂ ਵੱਟ 'ਤੇ ਪਿਆ, ਉਹ ਤਾਂ ਬਣਨਾ ਪਊਗਾ ਹੀ, ਕਿਉਂਕਿ ਸੀਤਲਾ ਗਧੇ 'ਤੇ ਚੜ੍ਹਦੀ ਹੈ ਅਤੇ ਚੜ੍ਹ ਕੇ ਸਵਾਹ ਉਡਾਉਂਦੀ ਹੈ। ਇਸ ਲਈ ਆਪਾਂ ਤਾਂ ਸਤਿ ਸ੍ਰੀ ਅਕਾਲ ਹੀ ਬੁਲਾਈ ਹੋਈ ਹੈ। ਆਪਾਂ ਤਾਂ ਨਹੀਂ ਇਹਨਾਂ ਦੀ ਉਪਾਸਨਾ ਕਰਦੇ ਹਾਂ। ਭਗਤ ਨਾਮਦੇਵ ਜੀ ਇਸ ਪਾਵਨ ਸ਼ਬਦ ਦੇ ਵਿੱਚ ਫਰਮਾਨ ਕਰਦੇ ਨੇ, ਗੋਂਡ ਭੈਰੋ, ਗੌਂਡ ਰਾਗ ਦੇ ਵਿੱਚ ਉਚਾਰਦੇ ਹਨ। ਭੈਰੋ ਭੂਤ ਸੀਤਲਾ ਧਾਵੈ। ਜੋ ਭੈਰੋਂ ਦਾ ਉਪਾਸ਼ਕ, ਭੂਤਾਂ ਪ੍ਰੇਤਾਂ ਦਾ ਉਪਾਸ਼ਕ ਜਾਂ ਸੀਤਲਾ ਨੂੰ ਅਰਾਧਨਾ ਕਰਦਾ, ਇਹਨਾਂ ਦੀ ਉਪਾਸਨਾ ਕਰਨ ਵੱਲ ਦੌੜਦਾ ਭੱਜਦਾ ਰਹਿੰਦਾ ਹੈ। ਹਰ ਬਾਹਨ ਉਹ ਛਾਰ ਉਡਾਵੈ। ਤਾਂ ਸੀਤਲਾ ਦੀ ਉਪਾਸਨਾ ਅਧੂਰੀ ਰਹਿਣ ਦੋ। ਉਹਦੀ ਅਸਵਾਰੀ ਗਧਾ ਬਣਨਾ ਪਏਗਾ। ਸੀਤਲਾ ਉਹ ਗਧੇ 'ਤੇ ਚੜ੍ਹ ਕੇ ਸਵਾਹ ਉਡਾਉਂਦੀ ਫਿਰੇਗੀ ਅਤੇ ਆਪ ਦਾ ਸਿਰ ਵੀ ਰੂੜੀਆਂ 'ਚ ਸਵਾਹ 'ਚ ਪਊਗਾ। ਖੋਤਾ ਇਹੀ ਕੰਮ ਕਰਦਾ, ਰੂੜੀਆਂ 'ਤੇ ਲੇਟਦਾ ਅਤੇ ਹੀ ਕਰਦਾ, ਸਿਰ 'ਚ ਸਵਾਹ ਪਾ ਕੇ ਬੜਾ ਖੁਸ਼ ਹੁੰਦਾ ਹੈ। ਇਉਂ ਗਧਾ ਬਣ ਕੇ ਸਿਰ 'ਚ ਸਵਾਹ ਉਡਾਉਣੀ ਪਊਗੀ। ਤਾ ਏਕ ਰਮਈਆ ਲੈ ਹਾ। ਇਸ ਲਈ ਮੈਂ ਤਾਂ ਭਾਈ ਇੱਕ ਅਕਾਲ ਪੁਰਖ ਦਾ ਨਾਮ ਹੀ ਲੈਂਦਾ, ਉਚਾਰਦਾ ਹਾਂ। ਆਨ ਦੇਵ ਬਦਲਾਵ ਨੇ ਦਹਾ। ਹੋਰ ਦੇਵੀ ਦੇਵਤਿਆਂ ਦੀ ਉਪਾਸਨਾ ਵਟੇ ਮੈਂ ਪਰਮੇਸ਼ਰ ਦਾ ਨਾਮ ਨਹੀਂ ਦੇਵਾਂਗਾ। ਵਿਸ਼ਰਾਮ ਦੇ ਕੇ ਫਰਮਾਨ ਕਰਦੇ ਹਨ। ਫਿਰ ਇੱਕ ਕਹਿਣ ਲੱਗਾ ਕਿ ਸ਼ਿਵ ਜੀ ਦੀ ਉਪਾਸਨਾ ਤਾਂ ਮੁਕਤੀ ਦਿੰਦੀ ਹੈ। ਇਹ ਸੁਣ ਕੇ ਭਗਤ ਜੀ ਕਹਿਣ ਲੱਗੇ, ਸਿਵ ਸਿਵ ਕਰਤੇ ਜੋ ਨਾਰ ਧਿਆਵੈ। ਸਿਵ ਸਿਵ ਕਰਦਾ ਹੋਇਆ ਜਿਹੜਾ ਪੁਰਖ ਸ਼ਿਵ ਜੀ ਨੂੰ ਅਰਾਧਦਾ ਹੈ, ਅਸਲ 'ਚ ਉਹਦਾ ਨਾਮ ਤਾਂ ਮਹਾਦੇਵ ਹੈ। ਮੂਰਖ ਬੰਦੇ ਉਹਨੂੰ ਹੀ ਸ਼ਿਵ ਕਹੀ ਜਾਂਦੇ ਨੇ। ਸ਼ਿਵ ਤਾਂ ਅਕਾਲ ਪੁਰਖ ਦਾ ਨਾਮ ਹੈ। ਸਿਵ ਸਿਵ ਕਰਤ ਸਗਲ ਕਰ ਜੋਰ ਹੈ, ਸਰਬ ਮਾਇਆ ਠਾਕੁਰ ਤੇਰੀ ਦੋਹੀ। ਗੁਰਬਾਣੀ ਦੀ ਇਹ ਪੰਕਤੀ ਹੈ ਕਿ ਕਲਿਆਣ ਕਰਤਾ ਕਲਿਆਣ ਕਰਤਾ। ਇਸ ਤਰ੍ਹਾਂ ਸਿਵ ਸਿਵ ਵਾਹਿਗੁਰੂ ਦਾ ਨਾਮ ਉਚਾਰਦੇ ਆ, ਸਾਰੇ ਹੱਥ ਜੋੜ ਕੇ ਉਹਦੇ ਦਰ 'ਤੇ ਖੜ੍ਹਦੇ ਨੇ
ਕਿ हे ਵਾਹਿਗੁਰੂ, हे ਮਾਲਕ, ਸਾਰਿਆਂ ਦੀ ਤੇਰੀ ਕਿਰਪਾ, ਤੇਰੀ ਦੁਹਾਈ ਫਿਰ ਰਹੀ ਹੈ। ਕਲਗੀਧਰ ਮਹਾਰਾਜ ਨੇ ਆਖਿਆ, ਮਹਾਦੇਵ ਕੋ ਕੈਦ ਸਦਾ ਸਿਵ। ਲੋਕ ਮਹਾਦੇਵ ਨੂੰ ਹੀ ਸਦਾ ਸ਼ਿਵ ਜੀ ਕਹੀ ਜਾ ਰਹੇ ਨੇ। ਹੈਰਾਨੀ ਦੀ ਗੱਲ ਹੈ। ਨਿਰੰਕਾਰ ਕਾ ਚੀਨਤ ਨਹਿ ਬੇਵ। ਜਿਹੜਾ ਸ਼ਿਵ ਕਲਿਆਣ ਸਰੂਪ ਨਿਰੰਕਾਰ ਹੈ, ਉਹਦੇ ਭੇਤ ਨੂੰ ਜਾਣਦਾ ਹੀ ਕੋਈ ਨਹੀਂ। ਰੋਟੀ ਦੇ ਰਿਹਾ, ਰਹਿਣ ਬਹਿਣ ਦੇ ਰਿਹਾ, ਜਨਮ ਦਿੱਤਾ ਹੈ, ਉਹਦਾ ਨਾਂ ਹੀ ਕੋਈ ਨਹੀਂ। ਹੈਰਾਨੀ ਦੀ ਬਾਤ ਹੈ। ਕਈ ਇਹਦਾ ਅਰਥ ਵੀ ਸ਼ਿਵ ਜੀ ਵੱਲ ਆਉਂਦੇ ਨੇ, ਮੂਰਖ ਮਤ ਵਾਲੇ। ਦੇਹ ਸਿਵਾ ਬਰ ਮੋਹੇ ਇਹ ਸ਼ੁਭ ਕਰਮਨ ਤੇ ਕਬਹੂ ਨਾ ਟਰੋ। ਨਾ ਡਰੋ ਅਰਸੋ ਜਬ ਜਾਏ ਲਰੋ। ਨਿਸ਼ਚੈ ਕਰੀ ਆਪਣੀ ਜੀਤ ਕਰੋ। ਅਰ ਸਿੱਖੋ ਹੋ ਆਪਣੇ ਹੀ ਮਨ ਕੋ। ਇਹ ਲਾਲਚ ਹੋ ਗੁਣ ਤੋਂ ਉਚਰੋ। ਜਬ ਆਪ ਕੀ ਔਦ ਨਿਦਾਨ ਬਨੈ। ਅਤ ਹੀ ਰਨ ਮੈਂ ਤਬ ਜੂਝ ਮਰੋ। ਅਖੇ ਜੀ, ਇਹ ਸ਼ਿਵ ਜੀ ਦਾ ਨਾਮ ਲਿਆ ਮਹਾਰਾਜ ਨੇ। ਸਤਿਗੁਰੂ ਜੀ ਸ਼ਿਵ ਜੀ ਨੂੰ ਕੀ ਜਾਣਦੇ ਨੇ? ਉਹ ਤਾਂ ਸਿੱਧੇ ਅਕਾਲ ਪੁਰਖ ਦੇ ਨਾਲ ਜੁੜੇ ਹੋਏ ਹਨ। ਹੇਮਕੁੰਟ ਸਾਹਿਬ ਤੋਂ ਕਹਿੰਦੇ, ਅਕਾਲ ਪੁਰਖ ਨੇ ਸਾਨੂੰ ਬੁਲਾਇਆ। ਮੈਂ ਹੂੰ ਪਰਮ ਪੁਰਖ ਕੋ ਦਾਸਾ। ਮੈਂ ਤਾਂ ਵਾਹਿਗੁਰੂ ਜੀ ਦਾ ਦਾਸ ਹਾਂ ਭਾਈ। ਅਕਾਲ ਪੁਰਖ ਦਾ ਸਰਗੁਣ ਰੂਪ ਨੇ। ਉਹਨਾਂ ਨੂੰ ਸ਼ਿਵ ਜੀ ਤੋਂ ਵਰ ਲੈਣ ਦੀ ਭਲਾ ਕੀ ਲੋੜ ਪੈ ਗਈ? ਸ਼ਿਵ ਦਾ ਅਰਥ ਕਲਿਆਣ ਸਰੂਪ ਪਰਮਾਤਮਾ ਹੀ ਜੇ। ਦੇਹ ਸਿਵਾ ਬਰ ਮੋਹੇ ਇਹ ਹੈ। ਇਹ ਕਲਿਆਣ ਸਰੂਪ ਪਰਮਾਤਮਾ, ਮੈਨੂੰ ਇਹ ਵਰ ਦੇ ਕਿ ਸ਼ੁਭ ਕਰਮਨ ਤੇ ਕਬਹੂ ਨਾ ਡਰੋ। ਮੈਂ ਸ਼ੁਭ ਕਰਮਾਂ ਤੋਂ ਕਦੀ ਵੀ ਨਾ ਟਲਾਂ। ਪਹਿਲਾਂ ਟਰੋਂ ਹੈ, ਫਿਰ ਡਰੋਂ ਹੈ। ਨਾ ਡਰੋਂ ਅਰਸੋਂ ਜਬ ਜਾਏ ਲਰੋ। ਮੈਂ ਸ਼ੁਭ ਕਰਮਾਂ ਤੋਂ ਕਦੀ ਵੀ ਨਾ ਟਲਾਂ। ਅਤੇ ਜਦ ਮੈਂ ਵੈਰੀ ਦਾ ਮੁਕਾਬਲਾ ਕਰਾਂ, ਮੈਂ ਕਦੀ ਵੀ ਨਾ ਡਰਾਂ। ਜਦ ਮੈਂ ਵੈਰੀ ਨਾਲ ਲੜਾਂ ਤਾਂ ਨਿਡਰ ਹੋ ਕੇ ਲੜਾਂ। ਨਾ ਡਰੋਂ ਅਰਸੋਂ ਜਬ ਜਾਏ ਲਰੋਂ। ਨਿਸ਼ਚੈ ਕਰ ਆਪਣੀ ਜੀਤ ਕਰੋ। ਨਿਸ਼ਚੈ ਕਰਕੇ ਆਪਣੀ ਜਿੱਤ ਕਰਾਂ। ਅਰ ਸਿੱਖੋ ਹੋ ਆਪਣੇ ਹੀ ਮਨ ਕੋ। ਅਰ ਆਪਦੇ ਮਨ ਨੂੰ ਇਹੀ ਸਿੱਖਿਆ ਦੇਵਾਂ। ਇਹ ਲਾਲਚ ਹੋ ਗੁਣ ਤੋਂ ਚੁਰੋ। ਮੇਰੇ ਮਨ ਵਿੱਚ ਇਹ ਲਾਲਚ ਬਣਿਆ ਰਹੇ ਕਿ ਇਹ ਵਾਹਿਗੁਰੂ, ਮੈਂ ਤੇਰੇ ਹੀ ਗੁਣ ਉਚਾਰਦਾ ਰਹਾਂ। ਜਬ ਆਪ ਕੀ ਔਦ ਨਿਦਾਨ ਬਣੇ। ਜਦ ਮੇਰੀ ਉਮਰ ਦਾ ਅੰਤ ਆਵੇ। ਅਤ ਹੀ ਰਨ ਮੈਂ ਤਬ ਜੂਝ ਮਰੋ। ਅਤ ਸਹਿ ਕਰਕੇ ਮੈਂ ਯੁੱਧ ਦੇ ਵਿੱਚ ਜੂਝ ਕਰਕੇ ਸ਼ਹੀਦੀ ਪਾਵਾਂ। ਇਹ ਸ਼ਿਵ ਜੀ ਦਾ ਅਰਥ ਨਹੀਂ ਹੈ। ਇਹ ਕਲਿਆਣ ਸਰੂਪ ਵਾਹਿਗੁਰੂ ਦਾ ਅਰਥ ਹੈ। ਸ਼ਿਵ ਜੀ ਤਾਂ ਪਰਮਾਤਮਾ ਦਾ ਨਾਮ ਹੈ। ਮੂਰਖ ਲੋਕ ਮਹਾਦੇਵ ਨੂੰ ਹੀ ਸ਼ਿਵ ਸ਼ਿਵ ਕਰਕੇ ਜਿਹੜੇ ਬੰਦੇ ਧਿਆਉਂਦੇ ਹਨ। ਮਰਦ ਚੜੇ ਡਾਉਰੂ ਟਮਕਾਵੇ। ਟਮਕਾਵੇ, ਪਹਿਲਾਂ ਢੱਡਾ ਫਿਰ ਕੱਕਾ। ਜੇਕਰ ਉਪਾਸਨਾ ਪੂਰੀ ਹੋ ਗਈ ਤਾਂ ਸ਼ਿਵ ਜੀ ਦਾ ਹੀ ਰੂਪ ਬਣ ਜਾਂਦਾ। ਸਿਰ 'ਤੇ ਜੜਾਵਾਂ, ਅੱਕ ਧਤੂਰਾ, ਨਿੰਮ ਫਲ, ਕੌੜੀਆਂ ਚੀਜ਼ਾਂ ਖਾਣ ਨੂੰ ਮਿਲਣਗੀਆਂ। ਸਿਰ 'ਚ ਸਵਾਹ ਪਈ ਹੋਊਗੀ, ਸਰੀਰ 'ਤੇ ਵੀ ਮਲੀ ਹੋਊਗੀ, ਅਤੇ ਰਹਿਣਾ ਮੜੀਆਂ 'ਚ ਪਊਗਾ। ਗਲ ਵਿੱਚ ਸੱਪ ਦੀ ਮਾਲਾ ਹੋਊਗੀ ਜਾਂ ਮੁਰਦੇ ਸਿਰਾਂ ਦੀ ਮਾਲਾ। ਅਤੇ ਇਉਂ ਸੱਪ ਨੂੰ ਗਲੇ ਦੇ ਵਿੱਚ ਵਲੇਟਾ ਮਾਰਿਆ ਹੋਊਗਾ। ਇਸ ਤਰ੍ਹਾਂ ਦਾ ਭਿਆਨਕ ਜਿਹਾ ਰੂਪ ਹੋ ਜਾਏਗਾ। ਜੇਕਰ ਉਪਾਸਨਾ ਅਧੂਰੀ ਰਹਿ ਗਈ ਤਾਂ ਉਹਦਾ ਜਿਹੜਾ ਵਾਹਨ ਹੈ ਸ਼ਿਵ ਜੀ ਦਾ, ਬਲਦ, ਇਹ ਬਣਨਾ ਪਏਗਾ। ਕਿਉਂਕਿ ਸ਼ਿਵ ਜੀ ਬਲਦ 'ਤੇ ਚੜ੍ਹ ਕੇ ਡੌਰੂ ਢਮਕਾਵੇ, ਡੌਰੂ ਵਜਾਉਂਦਾ ਹੈ। ਇਸ ਤਰ੍ਹਾਂ ਫਿਰ ਬਲਦ ਬਣਨਾ ਪਊਗਾ। ਜੇ 'ਤੇ ਚੜ੍ਹ ਕੇ ਉਹ ਡਬਰੂ ਵਜਾਏਗਾ। ਫਿਰ ਇੱਕ ਦੇਵੀ ਜਾਂ ਸ਼ਕਤੀ ਦਾ ਉਪਾਸ਼ਕ ਬੋਲਿਆ ਕਿ ਜੀ ਆਪਾਂ ਇੰਜ ਕਿਉਂ ਬਣਾਂਗੇ? ਕਿਉਂਕਿ ਨਾ ਤਾਂ ਆਪਾਂ ਭੈਰੋਂ ਦੀ ਉਪਾਸਨਾ ਕਰਦੇ ਹਾਂ, ਨਾ ਭੂਤਾਂ ਨੂੰ ਮੰਨਦੇ ਹਾਂ।
ਅਤੇ ਨਾ ਹੀ ਸੀਤਲਾ ਮਾਤਾ ਰਾਣੀ ਦੀ ਉਪਾਸਨਾ ਕਰਦੇ ਵੀ ਆਪਾਂ ਗਧੇ ਬਣੀਏ। ਸ਼ਿਵ ਜੀ ਤੋਂ ਵੀ ਆਪਾਂ ਕੀ ਲੈਣਾ, ਉਹਦਾ ਰੂਪ ਬਣਨਾ ਪਏਗਾ। ਆਪਾਂ ਤਾਂ ਬਲਦ ਨਹੀਂ ਬਣਾਂਗੇ, ਕਿਉਂਕਿ ਆਪਾਂ ਉਹਨੂੰ ਧਿਆਉਂਦੇ ਨਹੀਂ। ਆਪਾਂ ਤਾਂ ਦੇਵੀ ਦੀ ਉਪਾਸਕ ਹਾਂ। ਦੇਵੀ ਦੀ ਉਪਾਸਨਾ ਕਰਨੀ ਚੰਗੀ ਹੈ। ਇਹ ਸੁਣ ਕੇ ਭਗਤ ਨਾਮਦੇਵ ਜੀ ਕਹਿਣ ਲੱਗੇ, ਮਹਾਮਾਈ ਕੀ ਪੂਜਾ ਕਰੈ। ਜਿਹੜੇ ਪੁਰਖ ਵੱਡੀ ਮਾਂ ਭਾ ਵੱਡੀ ਦੇਵੀ ਦੁਰਗਾ ਚੰਡੀ ਆਦਿਕ ਦੀ ਪੂਜਾ ਕਰਦਾ ਹੈ, ਨਰ ਸੈ ਨਾਰ ਹੋਏ ਅਵਤਰੈ। ਜੇਕਰ ਉਹਦੀ ਉਪਾਸਨਾ ਪੂਰੀ ਹੋ ਜਾਏ ਤਾਂ ਉਹ ਬੰਦੇ ਤੋਂ ਜਨਾਨੀ ਬਣ ਜਾਂਦਾ। ਕਈ ਚੰਗੇ ਭਲੇ ਪੱਗਾਂ ਵਾਲੇ ਵੀ ਸਿਰ 'ਤੇ ਚੁੰਨੀਆਂ ਬੰਨ੍ਹਦੇ ਫਿਰਦੇ ਨੇ, ਤੁਰੇ ਫਿਰਨਗੇ ਪਹਾੜਾਂ ਦੇ ਵਿੱਚ। ਭਾਵੇਂ ਗੁਆਂਢ ਗੁਰਦੁਆਰਾ ਹੋਏ, ਉੱਥੇ ਮੱਥਾ ਟੇਕਣ ਨਹੀਂ ਆਉਣਾ। ਜੈ ਮਾਤਾ ਦੀ, ਜੈ ਮਾਤਾ ਦੀ। ਪਿਓ ਦਾ ਨਾਂ ਹੀ ਕੋਈ ਨਹੀਂ। ਜਿਹਨੇ ਜਨਮ ਦਿੱਤਾ, ਰੋਟੀ ਦੇ ਰਿਹਾ, ਘਰ-ਬਾਰ ਦਿੱਤਾ, ਉਹਦਾ ਨਾਂ ਹੀ ਨਹੀਂ। ਤੋ ਇਸ ਵਾਸਤੇ ਸਿਰ 'ਤੇ ਚੁੰਨੀ ਬੰਨ੍ਹ ਕੇ, ਬੀਬੀਆਂ ਵਾਲਾ ਲਿਬਾਸ, ਉਹ ਤਰ੍ਹਾਂ ਦੇ ਸੂਹੇ ਕੱਪੜੇ ਪਾ ਕੇ ਭੇਟਾਂ ਗਾਉਣੀਆਂ, ਇਹ ਕੋਈ ਕੰਮ ਸਹੀ ਨਹੀਂ ਹੈ। ਖਾਸ ਕਰਕੇ ਸਿੱਖਾਂ ਲਈ ਜੇ ਉਪਾਸਨਾ ਪੂਰੀ ਹੋ ਗਈ ਤਾਂ ਬੰਦੇ ਤੋਂ ਜਨਾਨੀ ਬਣਨਾ ਪਏਗਾ। ਸਾਡੇ ਗੁਰੂ ਨੇ ਜਨਾਨੀਆਂ ਨੂੰ ਬੰਦੇ ਬਣਾਤਾ, ਅਤੇ ਪਰ ਜਿਹੜਾ ਬੰਦਾ ਬਣ ਕੇ ਫਿਰ ਕੀ ਆਖੀਏ। ਮਹਾਰਾਜ ਨੇ ਆਖਿਆ, ਹੋਰ ਵੀ ਉੱਠ ਸੀ ਮਰਦ ਕਾ ਚੇਲਾ। ਸਾਡੀ ਗੁਰਬਾਣੀ ਨੇ, ਗੁਰੂ ਗ੍ਰੰਥ ਸਾਹਿਬ ਨੇ ਸਾਨੂੰ ਮਰਦ ਦਾ ਚੇਲਾ ਬਣਾਇਆ ਹੈ। ਜਿਹੜੀ ਸ਼ਕਤੀ ਹੈ, ਚੰਡੀ ਦੇਵੀ ਹੈ ਠੀਕ ਮਾਤਾ, ਕੁਛ ਵੀ ਕਹਿ ਲਓ, ਲక్ష్ਮੀ ਹੈ, ਪਰ ਹੈ ਤਾਂ ਰੱਬ ਦੇ ਚਰਨਾਂ ਦੀ ਦਾਸੀ ਹੈ ਨਾ। ਤੇ ਇਸ ਵਾਸਤੇ ਪਹਿਲਾਂ ਤਾਂ ਪਰਮਾਤਮਾ ਹੀ ਹੈ, ਉਹਦੇ ਤੋਂ ਹੀ ਸਾਰੇ ਹੋਏ ਨੇ। ਅਤੇ ਕਿਉਂ ਨਾ ਆਪਦੇ ਪਿਓ ਨਾਲ ਜੁੜੀਏ। ਤੋ ਮਾਤ ਪਿਤਾ, ਸਾਡੀ ਤਾਂ ਮਾਂ ਵੀ ਉਹੀ ਹੈ ਅਤੇ ਪਿਓ ਵੀ ਉਹੀ ਹੈ। ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੋ ਕਨੇਰੇ। ਅਤੇ ਇਸ ਲਈ ਜਿਹੜੇ ਬੰਦੇ ਬਣ ਕੇ ਅਤੇ ਫਿਰ ਦੇਵੀ ਵਾਲੇ ਪਾਸੇ ਜਾਂਦੇ ਨੇ, ਉਹ ਪ੍ਰਤੱਖ ਵੀ ਇਸਤਰੀ ਦਾ ਰੂਪ ਪਸੰਦ ਕਰਦੇ। ਫਿਰ ਮਹਾਰਾਜ ਉਹਨਾਂ ਨੂੰ ਅਗਲੇ ਜਨਮ 'ਚ ਇਸਤਰੀ ਦਾ ਜਾਮਾ ਹੀ ਦਿੰਦਾ, ਜੇ ਦੇਵੀ ਮਾਤਾ ਪ੍ਰਸੰਨ ਹੋ ਗਈ ਤਾਂ। ਅਤੇ ਜੇ ਉਹ ਪ੍ਰਸੰਨ ਨਾ ਹੋਈ, ਉਹਦੀ ਉਪਾਸਨਾ ਪੂਰੀ ਨਾ ਹੋਈ, ਕੋਈ ਘਾਟ ਬਾਅਦ ਰਹਿ ਗਈ। ਸਾਡੇ ਇੱਕ ਰਿਸ਼ਤੇਦਾਰੀ 'ਚੋਂ ਸੀਗਾ, ਅਤੇ ਉਹਨੇ ਚੰਡੀ ਦਾ ਧਿਆਨ ਧਾਰ ਕੇ ਪਾਠ ਕਰਨੇ ਸ਼ੁਰੂ ਕਰਤੇ। ਰਾਤ ਨੂੰ ਕਰਨੇ ਨਹੀਂ ਚਾਹੀਦੇ। 12 ਵਜੇ ਅਤੇ ਉਹ ਲੱਗ ਵੀ ਕੁੰਡਾ ਖੜਕਾਉਣ, ਵੀ ਨਿਕਲ ਬਾਹਰ, ਮੈਂ ਤੇਰੇ ਕੰਨ ਪੁੱਟਾਂ ਦੱਸਾਂ ਤੈਨੂੰ। ਕਿਉਂਕਿ ਉਹਦੀ ਕੜਾਹੀ ਉਹਨੇ ਬਣਾਈ ਅਤੇ ਪਤਾ ਨਹੀਂ ਕੀ ਘਾਟ ਰਹਿ ਗਈ, ਰੱਬ ਜਾਣੇ ਕੀ ਹੋਇਆ। ਉਹ ਕੁੱਤੇ ਮੂੰਹ ਲਾ ਗਏ, ਉਹ ਗੁੱਸੇ 'ਚ ਆ ਗਈ। ਫਿਰ ਛੱਡ ਕੇ ਪਾਠ ਮੂਲ ਮੰਤਰ ਲੱਗਾ ਪੜ੍ਹਨ। ਉਹ ਰੌਲਾ ਪਾਈ ਜਾਏ, ਮੂਲ ਮੰਤਰ ਨੇ ਛੁਟਕਾਰਾ ਕਰਾਇਆ। ਤਾਂ ਆਪਾਂ ਤਾਂ ਆਪਦੇ ਪਿਓ ਦਾ ਮੂਲ ਮੰਤਰ ਹੀ ਪੜ੍ਹਦੇ ਹਾਂ, ਆਪਾਂ ਨਹੀਂ ਦੂਜੇ ਪਾਸੇ ਜਾਈਦਾ। ਅਤੇ ਇਸ ਵਾਸਤੇ ਜਿਹੜੇ ਇਸ ਤਰ੍ਹਾਂ ਮਹਾਰਾਜ ਨੂੰ ਛੱਡ ਕੇ ਦੂਸਰੇ ਪਾਸੇ ਜਾਂਦੇ ਨੇ, ਜੇ ਉਪਾਸਨਾ ਕਿਤੇ ਅਧੂਰੀ ਰਹਿ ਗਈ, ਗਲਤੀ ਤਾਂ ਹੋ ਹੀ ਜਾਂਦੀ ਹੈ। ਇੰਨੇ ਤਾਂ ਆਪਾਂ ਤਪੱਸਵੀ ਹੈ ਨਹੀਂ ਵੀ ਸਾਥੋਂ ਉਪਾਸਨਾ ਪੂਰੀ ਹੋ ਜਾਊਗੀ, ਗਲਤੀ ਕੋਈ ਹੋਊਗੀ ਨਹੀਂ। ਫਿਰ ਉਹਦਾ ਵਾਹਣ ਸ਼ੇਰ ਤਾਂ ਜ਼ਰੂਰੀ ਬਣਨਾ ਪੈਂਦਾ। ਇੰਝ ਨਿਯਮ ਹੈ। ਦੁਬਾਰਾ ਫਿਰ ਦੇਵੀ ਪਾਸੇ ਕਹਿਣ ਲੱਗਾ, ਜੀ ਦੇਵੀ ਤਾਂ ਮੁਕਤੀ ਦੀ ਦਾਤੀ ਹੈ ਜੀ, ਉਹ ਤਾਂ ਮੁਕਤ ਕਰ ਦਿੰਦੀ ਹੈ। ਤਾਂ ਨਾਮਦੇਵ ਜੀ ਕਹਿਣ ਲੱਗੇ, ਦੇਵੀ ਭੋਗ ਦੀ ਦਾਤੀ ਤਾਂ ਹੈ, ਉਹ ਵੀ ਸਾਧ ਸੰਗਤ ਜੀਓ। ਜਿਹੜਾ ਦੁੱਧ ਦਾ ਗਲਾਸ ਸਾਡੇ ਕਰਮਾਂ 'ਚ ਰੱਬ ਨੇ ਕੱਲ੍ਹ ਨੂੰ ਲਿਖਿਆ ਹੈ, ਅਤੇ ਜੇ ਆਪਾਂ ਦੇਵੀ ਦੀ ਉਪਾਸਨਾ ਕਰਕੇ ਕਹਾਂਗੇ, ਇਹ ਦੇਵੀ ਮਾਤਾ ਸਾਨੂੰ ਪੀਣ ਨੂੰ ਦੁੱਧ ਦੇ, ਫੋਰ ਐਗਜ਼ਾਮਪਲ, ਉਹ ਕੱਲ੍ਹ ਵਾਲਾ ਗਲਾਸ ਅੱਜ ਫੜਾ ਦੋਗੀ, ਬਸ ਆਪਣੇ ਕੋਲੋਂ ਨਹੀਂ ਦੇ ਸਕਦੀ ਕੁਛ ਵੀ। ਕੋਈ ਵੀ ਦੇਵੀ ਦੇਵਤਾ, ਪੈਸਾ ਲਾ ਲਓ, ਪਦਾਰਥ ਲਾ ਲਓ,
ਕੋਈ ਵੀ ਸੁੱਖ ਲਾ ਲਓ, ਆਪਦੇ ਪੱਲਿਓਂ ਨਹੀਂ ਦਿੰਦਾ। ਆ ਜਿਹੜੇ ਕੱਦ ਲੰਬਾ ਕਰਨ ਵਾਲੇ ਡਾਕਟਰ, ਮੇਰੀ ਇਹਨਾਂ ਨਾਲ ਡਿਸਕਸ਼ਨ ਹੋਈ। ਮੈਂ ਕਿਹਾ ਵੀ ਤੁਸੀਂ ਭਗਵਾਨ ਤਾਂ ਹੈ ਨਹੀਂ, ਕੀ ਕਰਦੇ ਹੋ ਬੰਦੇ 'ਚ? ਕਹਿੰਦੇ ਵੀ ਡੋਜ਼ ਇੰਨੀ ਤੇਜ਼ ਦੇ ਦਈਦੀ ਹੈ, ਜਿਹੜਾ ਬੱਚੇ ਨੇ 16 ਸਾਲ ਤੱਕ ਉਹ ਮੂਵਮੈਂਟ ਕਰਨੀ ਹੈ, ਸਰੀਰ ਨੇ ਵਧਣਾ ਹੈ, ਅਤੇ ਆਪਾਂ 14 ਕੁ ਸਾਲਾਂ ਤੱਕ ਉਹੋ ਜਿਹੀਆਂ ਦਵਾਈਆਂ ਦੇ ਕੇ ਇੱਕਦਮ ਹੀ ਗਰੋਥ ਵਧਾ ਦਿੰਦੇ, ਕਰਦੇ ਬੰਦੇ ਦੇ ਵਿੱਚੋਂ ਹੀ ਆ। ਜਿਸ ਤਰ੍ਹਾਂ ਚਾਹ ਹੈ, ਕੋਈ ਕਹਿੰਦੇ ਚੁਸਤੀ ਆਉਂਦੀ ਹੈ, ਉਹਦੇ ਵਿੱਚ ਨਹੀਂ ਕੱਖ ਵੀ ਹੈ, ਉਹ ਗਰਮ ਜਿਹੀ ਚੀਜ਼ ਹੈ, ਉਹਨੇ ਸਰਕਲ ਤੇਜ਼ ਕਰ ਦੇਣਾ ਖੂਨ ਦਾ, ਮਿੰਟ ਕੁ ਜਾਪਣਾ ਬੰਦੇ ਨੂੰ ਵੀ ਅੱਖਾਂ ਖੁੱਲ੍ਹ ਗਈਆਂ। ਉਹ ਤੋਂ ਬਾਅਦ ਫਿਰ ਸਰਕਲ ਇਹੋ ਜਿਹਾ ਡਾਊਨ ਹੁੰਦਾ। ਸ਼ਰਾਬ ਆਦਿਕ ਦਾ ਨਸ਼ਾ ਹੈ, ਉਹ ਵੀ ਖੂਨ ਦਾ ਸਰਕਲ ਇੱਕਦਮ ਤੇਜ਼ ਕਰਕੇ ਫਿਰ ਡਾਊਨ ਸੁੱਟ ਦਿੰਦੇ, ਜਿਸ ਕਰਕੇ ਮੁਰਧਿਆਨ ਵਰਤ ਜਾਂਦੀ ਚਿਹਰੇ ਉੱਪਰ। ਇਸ ਲਈ ਜੋ ਨੈਚੁਰਲੀ ਪਰਮਾਤਮਾ ਨੇ ਬਣਾਇਆ ਉਸ ਤਰ੍ਹਾਂ ਦਾ ਹੀ ਰਹਿਣਾ ਚਾਹੀਦਾ, ਉਹਦੇ 'ਚ ਦਖਲ ਨਹੀਂ ਦੇਣਾ ਚਾਹੀਦਾ। ਕਿਸੇ ਵੀ ਡਾਕਟਰ ਨੂੰ ਪੁੱਛ ਕੇ ਵੇਖ ਲਿਓ, 25 ਸਾਲ ਤੋਂ ਬਾਅਦ ਉਹਨੂੰ ਕਿਹਾ ਵੀ ਚੱਲ ਪੁੱਤ ਦੇ ਦਵਾਈ ਅਤੇ ਇਹਦਾ ਕੱਦ ਲੰਬਾ ਕਰਕੇ ਦਿਖਾਓ, ਕਹੂਗਾ ਨਹੀਂ। 18-20 ਸਾਲ ਦੇ ਅੰਡਰ ਹੀ। ਕਿਉਂ? ਕਿਉਂਕਿ ਉਹਦੇ ਸਰੀਰ 'ਚੋਂ ਤੱਤ ਲੈ ਕੇ ਉਹਨੇ ਗਾਂਹ ਨੂੰ ਕਰਨਾ। ਕਿਉਂ? ਕੋਈ ਵੀ ਦੇਵੀ ਦੇਵਤਾ ਆਪਦੀ ਜੇਬ 'ਚੋਂ ਨਹੀਂ ਰੁਪਈਆ ਵੀ ਦਿੰਦਾ। ਇੱਕ ਪਰਮਾਤਮਾ ਹੀ ਹੈ, ਇੱਕ ਗੁਰੂ ਨਾਨਕ ਸਾਹਿਬ ਹੀ ਹੈ ਜਿਹੜਾ ਆਪਦੇ ਖਜ਼ਾਨੇ ਵਿੱਚੋਂ ਸਾਨੂੰ ਸਭ ਕੁਝ ਬਖਸ਼ ਰਿਹਾ ਹੈ। ਬਾਕੀ ਜਿੰਨੇ ਵੀ ਨੇ ਉਹ ਇਨਸਾਨ ਦੇ ਕਰਮਾਂ ਦੇ ਵਿੱਚੋਂ, ਜਿਹੜਾ ਮੰਨ ਲਓ 10 ਸਾਲ ਬਾਅਦ 'ਚ ਲਿਖਿਆ, ਉਹ ਪਹਿਲਾਂ ਲਿਆ ਕੇ ਫੜਾ ਦਿੰਦੇ। ਬੰਦੇ ਨੂੰ ਜਾਪਦਾ ਵੀ ਸਾਨੂੰ ਪਤਾ ਨਹੀਂ ਦੇਵੀ ਦੇਵਤਾ ਦੇ ਰਿਹਾ। ਤਾਂ ਇਸ ਲਈ ਭੋਗ ਦੀ ਦਾਤੀ ਹੈ, ਪਰ ਉਹ ਵੀ ਇਨਸਾਨ ਦੇ ਕਰਮਾਂ 'ਚੋਂ ਹੈ, ਮੋਖ ਦੀ ਦਾਤੀ ਤਾਂ ਬਿਲਕੁਲ ਨਹੀਂ ਹੈ। ਇਸ 'ਤੇ ਹੁਣ ਪੀਪੇ ਰਾਜੀ ਦਾ ਦ੍ਰਿਸ਼ਟਾਂਤ ਦਿੰਦੇ ਆ। ਭਗਤਮਾਲਾ ਵਿੱਚ ਇੱਕ ਪ੍ਰਸੰਗ ਆਉਂਦਾ ਰਾਜਾ ਪੀਪੇ ਦਾ। ਇਹਦੀ ਬਾਣੀ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ। ਧਨਾਸਰੀ ਰਾਗਣੀ ਵਿੱਚ ਪੀਪਾ ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ ਕਾਇਓ ਧੂਪ ਦੀਪ ਨਹੀਂ ਬੇਦਾ ਕਾਇਓ ਪੂਜੋ ਪਾਤੀ ਕਾਇਆ ਬਹੁ ਖੰਡ ਖੋਜਤੇ ਨਮ ਨਿਤ ਪਾਈ ਨਾ ਕਿਛ ਆਇਬੋ ਨਾ ਕਿਛ ਜਾਇਬੋ ਰਾਮ ਕੀ ਦੁਹਾਈ ਰਹਾਓ। ਇਹ ਰਾਜਾ ਸੀਗਾ, ਪਰਸੀ ਦੇਵੀ ਦਾ ਉਪਾਸ਼ਕ। ਇੱਕ ਵਾਰ ਇਹਦੀ ਨਗਰੀ 'ਚ ਕੋਈ ਸਾਧੂ ਮਹਾਤਮਾ ਆਏ। ਰਾਜਾ ਪੀਪਾ ਮਹਾਤਮਾ ਦੀ ਮਹਿਮਾ ਸੁਣ ਕੇ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਆਇਆ। ਜਦ ਰਾਜਾ ਪੀਪਾ ਸਾਧੂਆਂ ਨਮਸਕਾਰ ਕਰਕੇ ਸਾਧੂਆਂ ਦੀ ਸੰਗਤ 'ਚ ਬੈਠ ਗਿਆ, ਤਦ ਮਹਾਤਮਾ ਜਨ ਕਹਿਣ ਲੱਗੇ ਕਿ ਪਰਮੇਸ਼ਰ ਦੀ ਭਗਤੀ ਕਰਨੀ ਚਾਹੀਦੀ ਹੈ। ਇਹ ਸੁਣ ਕੇ ਰਾਜਾ ਪੀਪਾ ਕਹਿਣ ਲੱਗਾ ਕਿ ਮੈਨੂੰ ਦੇਵੀ ਹੀ ਮੁਕਤੀ ਦੇ ਦੇਵੇਗੀ, ਮੈਨੂੰ ਕੀ ਲੋੜ ਹੈ ਪਰਮੇਸ਼ਰ ਦੀ ਭਗਤੀ ਕਰਨ ਦੀ, ਕਿਉਂਕਿ ਮੈਂ ਦੇਵੀ ਦਾ ਉਪਾਸ਼ਕ ਹਾਂ। ਸੰਤ ਮਹਾਤਮਾ ਕਹਿਣ ਲੱਗੇ ਦੇਵੀ ਭੋਗ ਦੀ ਦਾਤੀ ਤਾਂ ਹੈ, ਮੁਕਤੀ ਨਹੀਂ ਦੇ ਸਕਦੀ। ਜੇਕਰ ਸਤਸੰਗਤ ਨਾਲ ਮਿਲ ਕੇ ਪਰਮੇਸ਼ਰ ਦਾ ਭਜਨ ਕਰੀਏ ਤਾਂ ਮੁਕਤ ਹੁੰਦੀ ਹੈ, ਮੁਕਤੀ ਦੀ ਪ੍ਰਾਪਤੀ ਹੁੰਦੀ। ਭਾਵੇਂ ਤੂੰ ਦੇਵੀ ਦੀ ਉਪਾਸਨਾ ਕਰਕੇ ਦੇਵੀ ਕੋਲੋਂ ਪੁੱਛ ਲਈ, ਜੇ ਸਾਡੇ 'ਤੇ ਨਹੀਂ ਯਕੀਨ। ਤਾਂ ਰਾਜੇ ਪੀਪੇ ਨੇ ਦੇਵੀ ਦੀ ਬਹੁਤ ਉਪਾਸਨਾ ਕੀਤੀ। ਪੀਪੇ ਰਾਜੇ ਦੀ ਉਪਾਸਨਾ ਤੋਂ ਪ੍ਰਸੰਨ ਹੋ ਕੇ ਦੇਵੀ ਪ੍ਰਗਟ ਹੋ ਗਈ, ਅਤੇ ਪ੍ਰਗਟ ਹੋ ਕੇ ਰਾਜੇ ਪੀਪੇ ਨੂੰ ਕਹਿਣ ਲੱਗੀ ਕਿ ਭਗਤਾ ਮੇਰੇ ਕੋਲੋਂ ਵਰ ਮੰਗ, ਮੈਂ ਤੇਰੇ 'ਤੇ ਬਹੁਤ ਖੁਸ਼ ਹਾਂ। ਰਾਜਾ ਪੀਪਾ ਕਹਿਣ ਲੱਗਾ, ਹੇ ਮਾਤਾ, ਤੇਰਾ ਦਿੱਤਾ ਮੇਰੇ ਕੋਲ ਸਾਰਾ ਕੁਛ ਹੈ, ਕਿਉਂਕਿ ਮੈਂ ਰਾਜਾ ਹਾਂ, ਮੈਨੂੰ ਮੁਕਤੀ ਦਾ ਵਰ ਦੇ। ਇਹ ਸੁਣ ਕੇ ਦੇਵੀ ਕਹਿਣ ਲੱਗੀ ਕਿ ਮੁਕਤੀ ਨਹੀਂ ਮੈਂ ਦੇ ਸਕਦੀ, ਭਲਿਆ ਮਾਨਸਾ, ਮੈਂ ਕੋਈ ਰਾਜ ਪਾਕ ਪਦਾਰਥ ਜਾਂ ਦੁਸ਼ਮਣਾਂ ਨੂੰ ਜਿੱਤਣ ਆਦਿਕ ਦਾ ਵਾਰੀ ਦੇ ਸਕਦੀ ਹਾਂ। ਕਹਿਣ ਲੱਗਾ, ਨਹੀਂ, ਮੈਂ ਇੰਨਾ ਚਿਰ ਹੋ ਗਿਆ ਤੇਰਾ ਨਾਮ ਜਪਦੇ ਹਾਂ, ਤੇਰੀ ਬੰਦਗੀ ਕਰਦੇ ਹਾਂ, ਮੈਨੂੰ ਤਾਂ ਹੁਣੇ ਮੁਕਤੀ ਦੇ। ਉਹਨੇ ਵੇਖਿਆ ਵੀ ਇਹ ਤਾਂ ਖਹਿੜੇ ਪੈ ਗਿਆ, ਹੁਣ ਮੈਨੂੰ ਜਵਾਬ ਕੀ ਦਿਆਂ।
ਉੱਥੋਂ ਛਪਣੀ ਹੋ ਗਈ, ਮੁੜ ਕੇ ਨਹੀਂ ਉਹਨੇ ਦਰਸ਼ਨ ਦਿੱਤੇ, ਤੁਰਿਆ ਫਿਰ। ਪੀਪਾ ਜੀ ਬੜੇ ਵਿਚਾਰੇ ਉਦਾਸ ਹੋਏ, ਕਹਿੰਦੇ ਮਹਾਤਮਾ ਸਾਥੀ ਕਹਿੰਦੇ ਸੀ। ਫਿਰ ਉਸ ਵੇਲੇ ਰਾਜੇ ਪੀਪੇ ਨੇ ਦੇਵੀ ਦੀ ਉਪਾਸਨਾ ਤਿਆਗ ਦਿੱਤੀ, ਰੱਬ ਦੀ ਬੰਦਗੀ ਕੀਤੀ। ਉਹਨਾਂ ਦੀ ਰੱਬ ਦੀ ਕਿਰਪਾ ਹੋਈ, ਉਹਨਾਂ ਨੂੰ ਬਾਣੀ ਸਫੁਰਨ ਹੋਈ। ਵੇਖੋ ਉਹਨਾਂ ਦਾ ਸ਼ਬਦ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੋਇਆ, ਇੰਜ ਤੂੰ ਕਹੀਅਤ ਹੀ ਆਦ ਭਵਾਨੀ। ਇਹ ਦੇਵੀ ਤੂੰ ਤਾਂ ਸੰਸਾਰ ਨੂੰ ਲਿਆਉਣ ਵਾਲੀ ਆਦ ਸ਼ਕਤੀ ਹੀ ਕਹਾਉਂਦੀ ਹੈ, ਜਾਂ ਹੇ ਭਵਾਨੀ ਦੇਵੀ ਤੂੰ ਨਿਸ਼ਚੇ ਕਰਕੇ ਸਾਰਿਆਂ ਦੀ ਆਦ ਕਹੀ ਦੀ ਹੈ। ਮੁਕਤ ਕੀ ਬਰੀਆ ਕਹਾਂ ਛਪਾਨੀ। ਪਰ ਹੁਣ ਮੁਕਤੀ ਦੇਣ ਦੀ ਵਾਰੀ ਵੇਲੇ ਤੂੰ ਕਿੱਥੇ ਲੋਕ ਛਿਪ ਗਈ। ਫਿਰ ਦੇਵੀ ਨੇ ਅੱਗੋਂ ਜੋ ਰਾਜੇ ਪੀਪੇ ਨੂੰ ਬਚਨ ਗਏ, ਉਹਨਾਂ ਬਚਨਾਂ ਨੂੰ ਭਗਤ ਜੀ ਕਾਵਿ ਰੂਪ 'ਚ ਕਥਨ ਕਰਦੇ ਹਨ। ਗੁਰਮਤਿ ਰਾਮ ਨਾਮ ਗਹੋ ਮੀਤਾ। ਇਹ ਮਿੱਤਰਾ, ਜੇਕਰ ਮੁਕਤ ਹੋਣਾ ਚਾਹੁੰਦਾ ਤਾਂ ਗੁਰਸਿੱਖਿਆ ਨੂੰ ਧਾਰਨ ਕਰਕੇ ਪਰਮੇਸ਼ਰ ਦੇ ਨਾਮ ਨੂੰ ਗ੍ਰਹਿਣ ਕਰ। ਗੱਜ ਕੇ ਕਹੋ ਸਤਿਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ ਕਰਦਿਆਂ ਹਿਰਦੇ 'ਚ ਵਸਾਉਣਾ ਕਰ। ਅਰਥਾਤ ਭਗਤ ਨੂੰ ਮਿੱਤਰ ਕਹਿਣ ਦਾ ਹੀ ਭਾਵ ਹੈ ਕਿ ਦੇਵੀ ਭਗਤ ਦੀ ਦੇਵੀ ਨਾਲ ਬਹੁਤੀ ਪ੍ਰੀਤੀ ਹੁੰਦੀ ਹੈ। ਪ੍ਰਣਵੈ ਨਾਮਾ ਏਉ ਕਹਿ ਗੀਤਾ। ਭਗਤ ਨਾਮਦੇਵ ਜੀ ਬੇਨਤੀ ਪੂਰਵਕ ਕਥਨ ਕਰਦੇ ਨੇ ਕਿ ਰਾਜੇ ਪੀਪੇ ਨੂੰ ਇਸ ਪ੍ਰਕਾਰ ਦੇ ਸ਼ਬਦ ਕਹਿ ਕੇ ਦੇਵੀ ਚਲੀ ਗਈ, ਅਲੋਪ ਹੋ ਗਈ। ਇਸ ਪ੍ਰਕਾਰ ਦੀ ਆਵਾਜ਼ ਕਹਿ ਕੇ ਗੀਤਾ, ਉਹ ਦੇਵੀ ਗੀ ਚਲੀ ਗਈ। ਜਾਂ ਜਦ ਦੇਵੀ ਨੇ ਰਾਜੇ ਪੀਪੇ ਨੂੰ ਕਿਹਾ ਕਿ ਮੈਂ ਮੁਕਤੀ ਨਹੀਂ ਦੇ ਸਕਦੀ, ਮੇਰੇ ਕੋਲੋਂ ਪਦਾਰਥ ਜਿੰਨੇ ਮਰਜ਼ੀ ਲੈ ਲਾ, ਜੇ ਮੁਕਤੀ ਲੈਣੀ ਹੈ ਤਾਂ ਮੁਕਤੀ ਦੇ ਦਾਤੇ ਸੰਤ ਮਹਾਤਮਾ ਹਨ। ਜੋ ਪ੍ਰਾਣੀ ਕਾਹੂ ਨਾ ਆਵਤ ਕਾਮ, ਸੰਤ ਪ੍ਰਸਾਦ ਤਾਕੋ ਜਪੀਐ ਨਾਮ। ਸੰਤਾਂ ਕੋਲ ਜਾ। ਫਿਰ ਰਾਜਾ ਪੀਪਾ ਸੰਤ ਰਾਮਾਨੰਦ ਜੀ ਦੀ ਸ਼ਰਨ ਵਿੱਚ ਗਿਆ ਸੀ ਅਤੇ ਸੰਤ ਰਾਮਾਨੰਦ ਦੁਆਰਾ ਨਾਮ ਜਪ ਕੇ ਵਾਹਿਗੁਰੂ ਜੀ ਦਾ ਭਗਤ ਬਣਿਆ ਸੀ। ਉਸ ਵੇਲੇ ਦੀ ਵਾਰਤਾ ਭਗਤ ਜੀ ਕਥਨ ਕਰਦੇ ਨੇ। ਗੁਰਮਤਿ ਰਾਮ ਨਾਮ ਗਹੋ ਮੀਤਾ। ਇਹ ਮੇਰੇ ਮਿੱਤਰਾ, ਪੀਪਾ ਗੁਰਾਂ ਦੀ ਸਿੱਖਿਆ ਦੁਆਰਾ ਪਰਮੇਸ਼ਰ ਦੇ ਨਾਮ ਨੂੰ ਗ੍ਰਹਿਣ ਕਰ। ਪ੍ਰਣਵੈ ਨਾਮਾ ਏਉ ਕਹਿ ਗੀਤਾ। ਭਗਤ ਨਾਮਦੇਵ ਜੀ ਬੇਨਤੀ ਪੂਰਵਕ ਕਥਨ ਕਰਦੇ ਨੇ ਕਿ ਇਉਂ ਅਸੀਂ ਪ੍ਰਭੂ ਦੇ ਜਸ ਨੂੰ ਕਹਿੰਦੇ ਹਾਂ। ਜਾਂ ਗੀਤਾ ਆਦਿਕ ਧਾਰਮਿਕ ਪੁਸਤਕ ਵੀ ਇਸ ਪ੍ਰਕਾਰ ਕਹਿੰਦੀ ਹੈ ਕਿ ਗੁਰਾਂ ਦੁਆਰਾ ਪਰਮੇਸ਼ਰ ਦਾ ਨਾਮ ਜਪ ਕੇ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ। ਇਸੇ ਪ੍ਰਕਾਰ ਭਗਤ ਨਾਮਦੇਵ ਜੀ ਨੇ ਇਹ ਸ਼ਬਦ ਦੇ ਵਿੱਚ ਸਾਨੂੰ ਸਿੱਖਿਆ ਦਿੱਤੀ ਹੈ ਕਿ ਭੈਰੋਂ ਭੂਤ, ਸੀਤਲਾ, ਸ਼ਿਵ ਜੀ, ਮਾਤਾ ਰਾਣੀ, ਚੰਡੀ ਦੇਵੀ ਆਦਿਕ ਕਿਸੇ ਦੇ ਮਗਰ ਨਹੀਂ ਲੱਗਣਾ ਚਾਹੀਦਾ। ਕਿਉਂਕਿ ਜਦ ਵੀ ਆਪਾਂ ਕਿਸੇ ਨੂੰ ਮੰਨਦੇ ਹਾਂ ਜਾਂ ਪੂਜਦੇ ਹਾਂ, ਕੀ ਅਰਦਾਸ ਕਰਦੇ ਹਾਂ ਦੱਸੋ? ਵੀ ਤੁਸੀਂ ਸਾਡੇ 'ਤੇ ਪ੍ਰਸੰਨ ਹੋਵੋ, ਅਤੇ ਪ੍ਰਸੰਨ ਹੋਵੋ, ਸਾਨੂੰ ਦਰਸ਼ਨ ਦੇਵੋ। ਇੱਕ ਪਾਸੇ ਆਪਾਂ ਪ੍ਰਸੰਨਤਾ ਮੰਗਦੇ ਹਾਂ, ਦਰਸ਼ਨ ਮੰਗਦੇ ਹਾਂ, ਅਤੇ ਜਦ ਉਹ ਸਾਡੇ ਕੋਲ ਆਉਣਗੇ, ਮੰਨ ਲਓ ਸ਼ਿਵ ਜੀ ਸਾਡੇ ਘਰ ਆ ਵੜੇ, ਤਰਸ਼ੂਲ ਫੜਿਆ, ਅਤੇ ਕਿੰਨਾ ਕੁ ਚੰਗਾ ਲੱਗੂ? ਸਾਡੇ ਨਿਆਣੇ ਡਰਨਗੇ ਨਹੀਂ? ਦੱਸੋ। ਜਿਹੜਾ ਭੂਤ ਪ੍ਰੇਤ ਹੈ, ਖੁਸ਼ ਕਰਨ ਲਈ ਆਪਾਂ ਮੰਨਦੇ ਹਾਂ ਨਾ, ਅਤੇ ਜੇ ਉਹ ਦਰਸ਼ਨ ਦਿਓ, ਦਿਖਾਲੀ ਦਿਓ, ਫਿਰ ਕੀ ਵਾਪਰੂਗੀ ਦੱਸੋ ਭਾਈ? ਜਿਹੜੇ ਸੱਪਾਂ ਦੀਆਂ ਵਰਮੀਆਂ 'ਤੇ ਦੁੱਧ ਪਾਉਂਦੇ ਨੇ, ਸੱਪਾਂ ਵਾਲਾ ਬਾਬਾ ਨਾਗ ਦੇਵਤਾ, ਅਤੇ ਜੋ ਨਾਗ ਦੇਵਤਾ ਦਰਸ਼ਨ ਦੇਣ ਆ ਗਿਆ, ਫਿਰ ਡਾਂਗ ਫੜੀ ਫਿਰਨ, ਦੱਸੋ ਕਿੱਧਰ ਦੀ ਉਪਾਸਨਾ ਹੈ? ਫਿਰ ਬਾਬੇ ਨੂੰ ਮੰਨੋ, ਸੇਵੀਆਂ ਉਦੋਂ ਘਰ 'ਚ ਵੀ ਖਵਾਓ, ਘਰ 'ਚ ਤਾਂ ਡਾਂਗਾ ਮਾਰ ਦਿਓ, ਅਤੇ ਉਹਦੇ ਮੰਦਰ 'ਚ ਜਾ ਕੇ ਅਤੇ ਸੇਵੀਆਂ ਦੇ ਕੇ ਅਤੇ ਉਹਦੀ ਖੁਸ਼ੀ ਪ੍ਰਸਾਦ ਲੈਂਦੇ ਹੋ। ਅਤੇ ਬਾਬੇ ਨੇ ਤਾਂ ਦਰਸ਼ਨ ਦੇਣੇ ਹੀ ਨੇ। ਇਸ ਵਾਸਤੇ ਦੋਵੇਂ ਗੱਲਾਂ ਨਹੀਂ ਚੱਲਦੀਆਂ ਹਨ। ਇਸ ਲਈ ਆਪਾਂ ਤਾਂ ਕਿਤੇ ਜਾਂਦੇ ਨਹੀਂ।
ਸਿੱਧਾ ਗੁਰੂ ਘਰ ਆਈਦਾ ਹੈ। ਇਹਨਾਂ ਦੀ ਬਾਣੀ, ਇਹਨਾਂ ਦਾ ਨਾਮ ਸ਼ਾਂਤਮਈ ਅਵਸਥਾ ਦੇਣ ਵਾਲਾ। ਅਤੇ ਗੁਰੂ ਮਹਾਰਾਜ ਦੇ ਦਰਸ਼ਨ ਮੰਗੀਦੇ ਨੇ, ਹਿਰਦਾ ਠੰਡਾ ਠਾਰ ਹੋ ਜਾਂਦਾ। ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟਈ ਕਾਮ, ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਇਸ ਲਈ ਮਹਾਰਾਜ ਨੂੰ ਹੀ ਮੰਨੀਏ, ਸੱਚੇ ਪਾਤਸ਼ਾਹ ਦੀ ਉਪਾਸਨਾ ਕਰੀਏ, ਕਿਸੇ ਮਗਰ ਨਾ ਦੌੜੀਏ ਭੱਜੀਏ, ਕਿਸੇ ਦੀ ਪੂਜਾ ਵੱਲ, ਕਿਸੇ ਵੱਲ ਧਿਆਨ ਨਾ ਦਈਏ, ਕਿਸੇ ਤੋਂ ਪ੍ਰਸ਼ਾਦ ਲੈ ਕੇ ਨਾ ਖਾਈਏ। ਜਿੰਨੀਆਂ ਬਿਮਾਰੀਆਂ ਨੇ ਦੁਨੀਆ ਵਿੱਚ, ਇੱਕ ਖਾਣ ਤੋਂ, ਦੂਜਾ ਭੋਗਣ ਤੋਂ, ਬਸ ਦੋ ਬਿਮਾਰੀਆਂ ਤੋਂ ਬੰਦਾ ਬਚ ਜਾਏ ਅਤੇ ਬੰਦਾ ਭਗਵਾਨ ਹੈ। ਆਹ ਹੁਣ ਕਿੰਨਾ ਬਿਮਾਰੀ ਦਾ ਜ਼ੋਰ ਹੈ, ਕਰੋਨਾ ਆਦਿਕ। ਅਤੇ ਜਿਹੜੀਆਂ ਗੱਲਾਂ ਗੁਰੂ ਸਾਹਿਬ ਨੇ ਸਾਨੂੰ ਅੱਜ ਤੋਂ 500 ਸਾਲ ਪਹਿਲਾਂ ਸਮਝਾਈਆਂ, ਉਹੀ ਹੁਣ ਡਾਕਟਰ ਸਮਝਾ ਰਹੇ ਨੇ। ਕਿਸੇ ਨੂੰ ਫੋਨ ਕਰੀਦਾ ਅਤੇ ਪਹਿਲਾਂ ਉਹ ਚੰਗੀ ਤਗੜੀ ਸਪੀਚ ਸੁਣੋ, ਹੱਥ ਧੋਵੋ ਜੀ, ਐਂ ਕਰੋ ਜੀ, ਇਉਂ ਕਰੋ ਜੀ, ਦੂਰੀ ਰੱਖੋ ਜੀ। ਕੀ ਮਤਲਬ ਹੈ? ਮਤਲਬ ਕਿਸੇ ਦੇ ਹੱਥ ਦਾ ਲੈ ਕੇ ਖਾਓ ਨਾ, ਕੀ ਪਤਾ ਕਿਸ ਤਰ੍ਹਾਂ ਬਣਿਆ ਹੋਇਆ। ਪ੍ਰਸ਼ਾਦ ਲੈਣ ਦਾ ਮਤਲਬ ਹੀ ਨਹੀਂ ਗੁਰੂ ਘਰ ਤੋਂ ਬਗੈਰ। ਕੀ ਪਤਾ ਕਿਸੇ ਨੇ ਕੀ ਮੰਤਰ ਜਾਦੂ ਪੜ੍ਹਿਆ ਉਹਦੇ 'ਤੇ। ਮੈਂ ਤਾਂ ਸੁਣਿਆ ਵੀ ਕਈ ਵਿੱਚ ਥੁੱਕਦੇ ਵੀ ਨੇ, ਮੈਨੂੰ ਮਾਫ਼ ਕਰਨਾ, ਵੇਖਿਆ ਤਾਂ ਨਹੀਂ, ਸੁਣਿਆ ਹੈ। ਇਹ ਜਨਮ ਭ੍ਰਿਸ਼ਟ ਕਰਨ ਵਾਲੀ ਬਾਤ ਹੈ। ਕਿਤੋਂ ਪ੍ਰਸ਼ਾਦ ਨਹੀਂ ਲੈ ਕੇ ਖਾਣਾ ਚਾਹੀਦਾ, ਕਿਸੇ ਨੂੰ ਮੱਥਾ ਨਹੀਂ ਟੇਕਣਾ ਚਾਹੀਦਾ। ਤੋ ਇਸ ਵਾਸਤੇ ਜੇ ਮੰਨਣਾ ਅਤੇ ਪੂਜਣਾ, ਮਹਾਰਾਜ ਨੇ ਆਖਿਆ ਨਾਉ ਪੂਜੀਐ ਨਾਉ ਧਿਆਈਐ, ਅਤੇ ਪੂਜਾ ਕੀਚੈ ਨਾਮ ਧਿਆਈਐ, ਬਿਨ ਨਾਮੈ ਪੂਜਨਾ ਹੋਏ। ਮਹਾਰਾਜ ਦੇ ਨਾਮ ਦੀ ਪੂਜਾ ਕਰਨੀ ਚਾਹੀਦੀ ਹੈ। ਅਤੇ ਬੰਦਨਾ, ਹਰ ਬੰਦਨਾ, ਜੇ ਮੱਥਾ ਟੇਕਣਾ ਤਾਂ ਹਰੀ ਨੂੰ ਬੰਦਨਾ ਕਰੋ। ਗੁਣ ਗਾਵੋ ਗੋਪਾਲ ਰਾਏ, ਜੇ ਭੇਟਾਂ ਗਾਉਣੀਆਂ ਤਾਂ ਦੇਵੀ ਦੀਆਂ ਨਹੀਂ। ਸ਼ਬਦ ਕੀਰਤਨ, ਕਿੰਨੀ ਗੁਰਬਾਣੀ ਹੈ ਵੇਖੋ, ਜਿਹੜਾ ਮਰਜ਼ੀ ਸ਼ਬਦ ਦਾ ਕੀਰਤਨ ਗਾਓ। ਨਾਮ ਜਪਣਾ ਕਿਸੇ ਰਸਤੇ ਦੇ ਸੁਆਮੀ, ਰਾਹ ਦੇ ਸੁਆਮੀ ਦਾ ਨਹੀਂ, ਦਰਗਾਹ ਦੇ ਮਾਲਕ ਦਾ ਨਾਮ ਜਪੋ। ਰੱਬ ਦਾ ਨਾਮ ਨਹੀਂ ਹੈ। ਰਾਹ ਦਾ ਸੁਆਮੀ ਕੋਈ ਰੱਬ ਦਾ ਨਾਮ ਨਹੀਂ ਹੈ। ਰੱਬ ਦਾ ਨਾਮ ਤਾਂ ਵਾਹਿਗੁਰੂ ਹੈ। ਤੋ ਇਸ ਲਈ ਭਗਤ ਨਾਮਦੇਵ ਜੀ ਇਹੀ ਗੱਲ ਸਾਨੂੰ ਸਮਝਾਉਂਦੇ ਨੇ ਕਿ ਗੁਰਮਤਿ ਦੀ ਸਿੱਖਿਆ ਤੁਸੀਂ ਪਰਮੇਸ਼ਰ ਦੇ ਨਾਮ ਨੂੰ ਗ੍ਰਹਿਣ ਕਰਨ ਦੀ ਗੁਰੂ ਜੀ ਦੇ ਪਾਸੋਂ ਲਓ। ਗੁਰਮਤਿ ਨਾਮ ਮੇਰਾ ਪ੍ਰਾਣ ਸਿਖਾਈ, ਹਰ ਕੀਰਤ ਹਮਰੀ ਰਹਿਰਾਸ। ਬਿਲਾਵਲ ਗੋਂਡ ਆਜ ਨਾਮੇ ਬੀਠਲ ਦੇਖਿਆ, ਗੁਰਮਤ ਰਾਮ ਨਾਮ ਗੋਮੀਤਾ। ਭਗਤ ਨਾਮਦੇਵ ਜੀ ਸਭਨਾਂ ਨੂੰ ਆਪਣੀ ਇਹੀ ਸਲਾਹ ਦਿੰਦੇ, ਹੇ ਮਿੱਤਰੋ, ਗੁਰਾਂ ਦੀ ਸਿੱਖਿਆ ਦੁਆਰਾ ਪਰਮੇਸ਼ਰ ਦੇ ਨਾਮ ਨੂੰ ਗ੍ਰਹਿਣ ਕਰੋ, ਜਪਣਾ ਕਰੋ। ਪ੍ਰਣਵੈ ਨਾਮਾ ਇਉਂ ਕਹਿ ਗੀਤਾ। ਭਗਤ ਨਾਮਦੇਵ ਜੀ ਬੇਨਤੀ ਪੂਰਵਕ ਕਥਨ ਕਰਦੇ ਕਿ ਅਸੀਂ ਇਸ ਪ੍ਰਕਾਰ ਦੇ ਬਚਨ ਕਹਿੰਦੇ ਹਾਂ। ਲੋਕ ਜਾਣੇ ਇਹੋ ਗੀਤ ਹੈ, ਭਾਵੇਂ ਗੀਤ ਕਹਿ ਲਓ, ਭਾਵੇਂ ਬਚਨ ਕਹਿ ਲਓ, ਇਹੀ ਮੁਕਤੀ ਦੀ ਪ੍ਰਾਪਤੀ ਦਾ ਅਸਲ ਸਾਧਨ ਹੈ ਭਾਈ। ਬਿਲਾਵਲ ਗੋਂਡ ਜਦ ਭਗਤ ਨਾਮਦੇਵ ਜੀ ਨੇ ਸਾਰੇ ਦੇਵੀ ਦੇਵਤਿਆਂ ਦੀ ਉਪਾਸਨਾ ਦਾ ਖੰਡਨ ਕੀਤਾ, ਤਦ ਇੱਕ ਗਾਇਤਰੀ ਮੰਤਰ ਨੂੰ ਪੜ੍ਹਨ ਦਾ ਉਪਾਸ਼ਕ ਪੰਡਿਤ ਭਗਤ ਨਾਮਦੇਵ ਜੀ ਨੂੰ ਆ ਕੇ ਕਹਿਣ ਲੱਗਾ ਕਿ ਹੇ ਨਾਮਦੇਵ, ਤੂੰ ਗਾਇਤਰੀ ਮੰਤਰ ਪੜ੍ਹਿਆ ਕਰ, ਕਿਉਂਕਿ ਪਰਮੇਸ਼ਰ ਦੇ ਨਾਮ ਨਾਲੋਂ ਸੂਰਜ ਦਾ ਗਾਇਤਰੀ ਮੰਤਰ ਸ੍ਰੇਸ਼ਟ ਹੈ। ਜਿਸ ਨੇ ਵੀ ਗਾਇਤਰੀ ਮੰਤਰ ਦਾ ਜਾਪ ਕੀਤਾ, ਉਹਨੂੰ ਹੋਰ ਕਿਸੇ ਵੀ ਉਪਾਸਨਾ ਦੀ ਲੋੜ ਨਹੀਂ ਹੈ। ਇਹ ਸੁਣ ਕੇ ਭਗਤ ਨਾਮਦੇਵ ਜੀ ਨੇ ਇਹ ਪਾਵਨ ਸ਼ਬਦ ਉਚਾਰਿਆ, ਆਜ ਨਾਮੇ ਬੀਠਲ ਦੇਖਿਆ। ਅੱਜ ਇਸ ਮਨੁੱਖਾ ਜਨਮ ਦੇ ਵਿੱਚ ਮੈਂ ਨਾਮਦੇਵ ਨੇ ਬੀਠਲ ਨੂੰ ਵੇਖਿਆ। ਬੀ ਉਤਪਤੀ ਕਰਨ ਵਾਲਾ, ਠ ਪਾਲਣਾ ਕਰਨ ਵਾਲਾ, ਲ ਲੈਤਾ ਕਰਨ ਵਾਲਾ ਜੋ ਪਰਮੇਸ਼ਰ ਹੈ। ਨਾਮਦੇਵ ਜੀ ਦਾ ਗੁਰ ਮੰਤਰ ਬੀਠਲ ਸੀਗਾ। ਇਬ ਹੈ ਬੀਠਲ, ਉਬ ਹੈ ਬੀਠਲ, ਬੀਠਲ ਬਿਨ ਸੰਸਾਰ ਨਹੀਂ। ਸੋ ਬੀਠਲ
ਇੱਕ ਭਗਤ ਨੂੰ ਰੱਬ ਦੇ ਦਰਸ਼ਨ ਹੋਏ ਅਤੇ ਉਹ ਪੈਲੀਆਂ ਦੇ ਵਿੱਚ ਸੀ, ਬਾਹਰ ਵਾਹਣ ਦੇ ਵਿੱਚ। ਜਦ ਮਹਾਰਾਜ ਦੇ ਦਰਸ਼ਨ ਦਿੱਤੇ, ਨਾ ਕੋਈ ਕੁਰਸੀ, ਨਾ ਮੇਜ਼, ਨਾ ਕੋਈ ਥੱਪੜ, ਨਾ ਟਾਟ, ਕੋਈ ਵੀ ਨਹੀਂ ਹੈ ਜਿਹੜਾ ਥੱਲੇ ਵਿਛਾ ਕੇ ਮਹਾਰਾਜ ਨੂੰ ਬਿਠਾਏ। ਉਹਨੂੰ ਹੋਰ ਤਾਂ ਕੁਝ ਨਾ ਲੱਭਾ, ਉਹ ਢੀਮ ਹੀ ਅੱਗੇ ਕਰਤੀ ਵਾਹਣ ਦੀ, ਲੈ ਮਹਾਰਾਜ ਇੱਥੇ ਬੈਠ ਜਾ। ਢੀਮ 'ਤੇ ਜਾਂ ਇੱਟ 'ਤੇ ਬੈਠਣ ਤੋਂ ਨਾਮ ਪੈ ਗਿਆ ਬੀਠਲ। ਨਾਮਦੇਵ ਜੀ ਦਾ ਮੰਤਰ ਬੀਠਲ ਸੀ। ਕਹਿੰਦੇ ਕਿ ਮੈਂ ਪਰਮੇਸ਼ਰ ਨੂੰ ਗੁਰਾਂ ਦੁਆਰਾ ਸਖਿਆਤ ਕਰਕੇ ਵੇਖਣਾ ਕੀਤਾ ਹੈ। ਮੂਰਖ ਕੋ ਸਮਝਾਊ ਰੇ। ਇਸ ਲਈ ਰਹੇ ਭਾਈ, ਮੈਂ ਤੈਨੂੰ ਸ਼ਾਸਤਰ ਗਿਆਨ ਤੋਂ ਹੀਣ ਬੇਸਮਝ ਪੁਰਖ ਨੂੰ ਸਮਝਾਉਂਦਾ ਹਾਂ। ਰਹਾਉ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਪਾਂਡੇ ਤੁਮਰੀ ਗਾਇਤਰੀ। ਇਹ ਪਾਂਡੇ, ਜਿਸ ਗਾਇਤਰੀ ਦਾ ਤੂੰ ਨਾਮ ਲੈਂਦਾ, ਉਹ ਤੇਰੀ ਗਾਇਤਰੀ ਗਊ ਰੂਪ ਹੋ ਕੇ ਲੋਧੇ ਕਾ ਖੇਤ ਖਾਤੀ ਥੀ। ਗੰਗਾ ਦੇ ਕਿਨਾਰੇ ਲੋਧੇ ਜ਼ਮੀਂਦਾਰ ਦਾ ਖੇਤ ਖਾਂਦੀ ਪਈ ਸੀ। ਲੈ ਕਰ ਠੇਗਾ ਟਗਰੀ ਤੋਰੀ। ਜਦ ਲੋਧੇ ਜ਼ਮੀਂਦਾਰ ਨੇ ਆਖਿਆ ਕਿ ਵੇਖਿਆ ਕਿ ਗਾਂ ਮੇਰਾ ਖੇਤ ਖਾ ਰਹੀ ਹੈ, ਉਹਨੇ ਸੋਟਾ ਲੈ ਕੇ ਗਊ ਦੀ ਟਾਂਗੀ ਤੋੜ ਸੁੱਟੀ। ਇੰਨੀ ਜ਼ੋਰ ਦੀ ਵਗਾਤੀ ਡਾਂਗ ਮਾਰੀ, ਲਾਂਗਤ ਲਾਂਗਤ ਜਾਤੀ ਥੀ। ਉਸ ਦਿਨ ਤੋਂ ਲੰਗੀ ਲੰਗੀ ਤੁਰੀ ਜਾਂਦੀ, ਮੈਂ ਵੇਖਦਾ ਸੀ। ਉਹ ਗਾਇਤਰੀ ਤੋਂ ਲਈ ਫਿਰਦਾ, ਲਈ ਫਿਰ। ਬ੍ਰਹਮਾ ਜੀ ਦੀਆਂ 3 ਇਸਤਰੀਆਂ ਸੀਗੀਆਂ, ਸਰਸਤੀ, ਸਵਿਤਰੀ ਅਤੇ ਗਾਇਤਰੀ। ਇੱਕ ਵਾਰ ਕਿਸੇ ਕਾਰਨ ਸਵਿਤਰੀ ਅਤੇ ਗਾਇਤਰੀ ਦੋਹਾਂ ਦਾ ਆਪਸ ਝਗੜਾ ਹੋ ਗਿਆ। ਗਾਇਤਰੀ ਨੇ ਸਵਿਤਰੀ ਨੂੰ ਕਾਫੀ ਬੁਰੇ ਭਲੇ ਸ਼ਬਦ ਕਹੇ ਅਤੇ ਮਾਰ ਕੁਟਾਈ ਵੀ ਕੀਤੀ। ਜਦ ਦੋਹਾਂ ਦਾ ਝਗੜਾ ਹੋਇਆ ਤਾਂ ਸਵਿਤਰੀ ਰੋਂਦੀ ਰੋਂਦੀ ਬ੍ਰਹਮਾ ਕੋਲ ਗਈ ਅਤੇ ਬ੍ਰਹਮਾ ਨੂੰ ਸਾਰੀ ਗੱਲ ਦੱਸ ਦਿੱਤੀ। ਬ੍ਰਹਮਾ ਨੇ ਗਾਇਤਰੀ ਨੂੰ ਕਸੂਰਵਾਰ ਸਮਝ ਕੇ ਉਹਨੂੰ ਸ਼ਰਾਪ ਦੇ ਦਿੱਤਾ ਕਿ ਤੂੰ ਇੱਥੇ ਰਹਿਣ ਦੀ ਯੋਗ ਨਹੀਂ ਹੈ, ਜਾਂ ਤੂੰ ਮਾਦਲੋਕ ਜਾ ਕੇ ਪਸ਼ੂ ਜੂਣ ਧਾਰ ਕੇ ਵਿਚਰਨਾ ਕਰ। ਜਦ ਬ੍ਰਹਮਾ ਦੇ 3 ਘਰ ਵਾਲੀਆਂ ਦੀ ਆਪਸ 'ਚ ਲੜਾਈ ਹੋਈ। ਇਸ ਤਰ੍ਹਾਂ ਵੀ ਮੰਨਦੇ ਆ ਕਿ ਗਾਇਤਰੀ ਨੇ ਸਵਿਤਰੀ ਅਤੇ ਸਰਸਤੀ ਇਹਨਾਂ ਦੋਹਾਂ ਨੂੰ ਤਾੜਿਆ। ਤਦ ਬ੍ਰਹਮਾ ਨੇ ਗਾਇਤਰੀ ਨੂੰ ਕਿਹਾ ਕਿ ਤੂੰ ਇਸ ਜਗ੍ਹਾ ਰਹਿਣ ਦੇ ਲਾਇਕ ਨਹੀਂ ਹੈ, ਜਾਂ ਤੂੰ ਮਾਤਲੋਕ ਵਿੱਚ ਚਲੀ ਜਾ। ਫਿਰ ਗਾਇਤਰੀ ਮਾਤਲੋਕ ਵਿੱਚ ਆ ਕੇ ਗੰਗਾ ਦੇ ਕਿਨਾਰੇ ਰਹਿਣ ਲੱਗੀ। ਸੁੰਦਰ ਇਸਤਰੀ ਵੇਖ ਕੇ ਲੋਕ ਮਸ਼ਕਰੀਆਂ ਕਰਨ ਲੱਗ ਪਏ। ਇਸ ਕਾਰਨ ਫਿਰ ਗਊ ਰੂਪ ਹੋ ਕੇ ਗੰਗਾ ਦੇ ਕਿਨਾਰੇ ਲੋਧੇ ਜ਼ਿਮੀਂਦਾਰ ਦੇ ਖੇਤ 'ਚ ਚਰਨ ਲੱਗ ਪਈ ਸੀ। ਅਤੇ ਜ਼ਿਮੀਂਦਾਰ ਨੇ ਸੋਟਾ ਲੈ ਕੇ ਗਾਇਤਰੀ ਦੀ ਲੱਤ ਤੋੜ ਸੁੱਟੀ, ਜਿਸ ਕਰਕੇ ਉਹ ਲੰਗੀ ਲੰਗੀ ਤੁਰਨ ਲੱਗ ਪਈ ਸੀ। ਪੰਡਤ ਇਸ ਵਿਚਾਰ ਨੂੰ ਸੁਣ ਕੇ ਕਹਿਣ ਲੱਗਾ ਕਿ ਗਾਇਤਰੀ ਮੰਤਰ ਵੀ ਹੈ ਜੀ, ਤੁਸੀਂ ਗਾਂ ਦੀ ਗੱਲ ਕਰੀ ਜਾ ਰਹੇ ਹੋ। ਤਦ ਭਗਤ ਜੀ ਕਹਿਣ ਲੱਗੇ, ਗਾਇਤਰੀ ਮੰਤਰ ਬਾਬਤ ਵੀ ਤੂੰ ਸੁਣ। ਆਜ ਨਾਮੇ ਬੀਠਲ ਦੇਖਿਆ। ਅੱਜ ਮਨੁੱਖਾ ਜਨਮ ਦੇ ਵਿੱਚ ਮੈਂ ਨਾਮਦੇਵ ਨੇ ਗੁਰਾਂ ਦੀ ਕਿਰਪਾ ਸਦਕਾ ਪਰਮੇਸ਼ਰ ਨੂੰ ਸਾਰੇ ਵਿਆਪਕ ਵੇਖਣਾ ਕੀਤਾ ਹੈ। ਮੂਰਖ ਕੋ ਸਮਝਾਊ ਰੇ। ਭਾਵ ਸਾਖਿਆਤਕਾਰ ਕਰ ਲਿਆ। ਇਸ ਲਈ ਇਹ ਬੇਸਮਝ ਪੰਡਤਾ, ਤੂੰ ਗਾਇਤਰੀ ਦੇ ਪਿੱਛੇ ਹੀ ਤੁਰਿਆ ਫਿਰ ਰਿਹਾ, ਮੈਂ ਤੈਨੂੰ ਸਮਝਾਉਣਾ ਕਰਦਾ ਹਾਂ। ਰਹਾਉ। ਵਿਸ਼ਰਾਮ ਦੇ ਕੇ ਫਰਮਾਉਂਦੇ, ਰਹਾਉ ਵਾਲੀ ਪੰਕਤੀ ਇੱਕ ਸਿਰਲੇਖ ਹੁੰਦਾ ਹੈ। ਪਾਂਡੇ ਤੁਮਰੀ ਗਾਇਤਰੀ। ਇਹ ਪੰਡਤ ਤੇਰੀ ਗਾਇਤਰੀ ਲੋਧੇ ਕਾ ਖੇਤ ਖਾਤੀ ਥੀ। ਪਹਿਲਾਂ ਪਾਪਾਂ ਰੂਪੀ ਲੋਧੇ ਦਾ ਖੇਤ ਖਾਂਦੀ ਹੁੰਦੀ ਸੀਗੀ। ਕੋਈ ਟਾਈਮ ਸੀਗਾ, ਅਰਥਾਤ ਜਿਹਦੇ ਕੋਲੋਂ ਬ੍ਰਹਮ ਹੱਤਿਆ ਹੋ ਜਾਂਦੀ ਉਹਦੇ ਪਾਪਾਂ ਨੂੰ ਦੂਰ ਕਰਦੀ ਸੀ। ਲੈ ਕਰ ਠੇਗਾ ਟਗਰੀ ਤੋਰੀ। ਪਰੰਤੂ ਵਿਸ਼ਿਸ਼ਟ ਮੁਨੀ ਨੇ ਤਾਪ ਜਾਂ ਸ਼ਰਾਬ ਰੂ ਸੋਟਾ ਲੈ ਕੇ ਉਸ ਗਾਇਤਰੀ ਮੰਤਰ ਦੀ ਸ਼ਕਤੀ ਘਟਾਉਣ ਰੂਪ ਲੱਤ ਤੋੜ ਦਿੱਤੀ ਸੀ। ਲਾਂਗਤ ਲਾਂਗਤ ਜਾਤੀ ਥੀ। ਸ਼ਕਤੀ ਤੋਂ ਹੀਣੀ ਹੋ ਕੇ ਲੰਗੀ ਲੰਗੀ ਜਾਂਦੀ ਸੀ। ਜਾਂ ਵਿਸ਼ਿਸ਼ਟ ਮੁਨੀ ਜੀ ਨੇ ਜੁਗਤੀ ਰੂਪ ਸੋਟਾ ਲੈ ਕੇ ਅਤੇ ਇਉਂ ਪਦਾਂ ਨੂੰ ਨਿਕਾਲਣ ਰੂਪ ਲੱਤ ਤੋੜ ਦਿੱਤੀ ਅਤੇ ਉਹ ਗਾਇਤਰੀ ਲੰਗੀ ਲੰਗੀ ਜਾਂਦੀ ਸੀ। ਅਰਥਾਤ
ਪਹਿਲਾਂ ਗਾਇਤਰੀ ਮੰਤਰ 32 ਅੱਖਰਾਂ ਦਾ ਸੀਗਾ, ਯਾਨੀ ਇਹਦੇ ਅੱਖਰ 32 ਸੀਗੇ, ਉਹਦੇ 'ਚੋਂ 8 ਅੱਖਰ ਵਿਸ਼ਿਸ਼ਟ ਮੁਨੀ ਨੇ ਕੱਢ ਦਿੱਤੇ, ਉਹਦੇ ਪਦ ਵਿੱਚੋਂ ਨਿਕਾਲਤੇ, ਉਹਦੇ ਬੰਦ ਵਿੱਚੋਂ ਕੱਢ ਦਿੱਤੇ। ਇਹੀ ਗਾਇਤਰੀ ਮੰਤਰ ਦੀ ਸ਼ਕਤੀ ਘਟਾਉਣ ਰੂਪ ਟੰਗ ਤੋੜੀ। ਪਹਿਲਾਂ 32 ਅੱਖਰਾਂ ਵਾਲਾ ਗਾਇਤਰੀ ਮੰਤਰ ਬ੍ਰਹਮ ਹੱਤਿਆ ਦੇ ਪਾਪ ਨੂੰ ਦੂਰ ਕਰ ਦਿੰਦਾ ਸੀ, ਪਰ ਹੁਣ 24 ਅੱਖਰਾਂ ਵਾਲਾ ਗਾਇਤਰੀ ਮੰਤਰ ਬ੍ਰਹਮ ਹੱਤਿਆ ਰੂਪ ਪਾਪਾਂ ਦੇ ਦੂਰ ਕਰਨ ਨੂੰ ਸਮਰੱਥ ਨਹੀਂ ਰਿਹਾ। ਇਸੇ ਕਾਰਨ ਗੋਪਾਲ ਤਾਪਣ ਉਪਨਿਸ਼ਦ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਜਦ 24 ਮੰਤਰ ਅੱਖਰਾਂ ਵਾਲਾ ਗਾਇਤਰੀ ਮੰਤਰ ਬ੍ਰਹਮ ਹੱਤਿਆ ਰੂਪ ਪਾਪ ਨੂੰ ਨਿਵਰਤੀ ਕਰਨ ਤੋਂ ਸਮਰੱਥ ਹੋ ਗਿਆ ਸੀ, ਫਿਰ ਬਾਅਦ ਵਿੱਚ ਵਿਸ਼ਵਾਮਿੱਤਰ ਨੇ ਸ਼ਰਾਪ ਮੋਚਨ ਮੰਤਰ ਬਣਾਇਆ ਸੀ। ਅਤੇ ਐਸਾ ਕਿਹਾ ਸੀ ਜਿਹੜਾ ਸ਼ਰਾਪ ਮੋਚਨ ਮੰਤਰ ਨੂੰ ਗਾਇਤਰੀ ਮੰਤਰ ਦੇ ਨਾਲ ਪੜ੍ਹਿਆ ਕਰੇਗਾ, ਉਹਦੀ ਬ੍ਰਹਮ ਹੱਤਿਆ ਰੂਪ ਪਾਪ ਦੀ ਨਿਵਰਤੀ ਹੋ ਜਾਇਆ ਕਰੇਗੀ। ਫਿਰ ਇੱਕ ਸ਼ਿਵ ਜੀ ਦਾ ਉਪਾਸ਼ਕ ਬੋਲਿਆ, ਆ ਤਾਂ ਕੀਤਾ ਸੀਗਾ ਕਿਉਂਕਿ ਕਲਯੁਗ ਦਾ ਸਮਾਂ, ਇਹਨਾਂ ਸੋਚਿਆ ਰਿਖੀਆਂ ਮੁਨੀਆਂ ਨੇ ਵੀ ਲੋਕ ਕਤਲੇਆਮ ਕਰਕੇ ਪਾਪ ਪੂਪ ਕਰਕੇ, ਜਿਸ ਤਰ੍ਹਾਂ ਅੱਜ ਕੱਲ੍ਹ ਦੀਆਂ ਸਰਕਾਰਾਂ ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ, ਆਖੇ ਜੀ ਰਾਮ ਦੇ ਉਪਾਸ਼ਕਾਂ ਜੀ, ਰਾਮ ਰਾਜ ਜੀ ਐਂ ਜੀ ਇਉਂ ਜੀ। ਬੰਦਾ ਪੁੱਛੇ ਵੀ ਰਾਮ ਰਾਜ ਇਸ ਤਰ੍ਹਾਂ ਦਾ ਸੀਗਾ? ਉਹਦੇ ਦਰਬਾਰ 'ਚ ਕੁੱਤੇ ਨੇ ਫਰਿਆਦ ਕੀਤੀ ਅਤੇ ਉਹ ਆਪ ਉੱਠ ਕੇ ਖੜ੍ਹਾ ਹੋ ਗਿਆ। ਕੁੱਤੇ ਨੂੰ ਕਿਹਾ ਵੀ ਚੱਲ ਅੰਦਰ ਜਾ ਕੇ ਤੂੰ ਜਿਹੜਾ ਕੁਝ ਦੱਸਣਾ ਦੱਸ। ਕਹਿੰਦਾ ਨਹੀਂ, ਰਾਮ ਦੇ ਦਰਬਾਰ 'ਚ ਮੈਂ ਇੱਕ ਪਲੀਤ ਜਾਨਵਰ ਹਾਂ ਅਤੇ ਅੰਦਰ ਨਹੀਂ ਮੈਂ ਜਾ ਸਕਦਾ। ਰਾਮ ਜੀ ਉਹਦੀ ਫਰਿਆਦ ਸੁਣਨ ਲਈ ਬਾਹਰ ਉੱਠ ਕੇ ਆਏ ਅਤੇ ਕਹਿੰਦੇ ਦੱਸ ਭਾਈ ਕੀ ਗੱਲ ਹੈ? ਕਹਿੰਦੇ ਜੀ ਆਹ ਸਾਧੂ ਮਹਾਤਮਾ ਹੈ, ਇਹਨੇ ਮੈਨੂੰ ਡੰਡਾ ਮਾਰਿਆ, ਇਹਨੂੰ ਪੁੱਛੋ ਕਿਉਂ ਡੰਡਾ ਮਾਰਿਆ। ਕਹਿੰਦੇ ਦੱਸ ਭਾਈ ਤੂੰ ਡੰਡਾ ਕਿਉਂ ਮਾਰਿਆ ਇਹਨੂੰ? ਕਹਿੰਦੇ ਜੀ ਮੈਨੂੰ ਭੌਂਕਿਆ। ਕਹਿੰਦੇ ਜੀ ਭੌਂਕਣਾ ਤਾਂ ਮੇਰੀ ਡਿਊਟੀ ਆ, ਮੈਂ ਮਾਲਕ ਦੀ ਰੋਟੀ ਖਾਂਦਾ ਹਾਂ ਅਤੇ ਇਹ ਮੇਰੀ ਡਿਊਟੀ, ਮੇਰੀ ਸੇਵਾ, ਮੈਂ ਤਾਂ ਭੌਂਕੂੰਗਾ ਹੀ। ਇਹਨੂੰ ਪੁੱਛੋ ਵੀ ਇਹਨੇ ਕਿਉਂ ਡੰਡਾ ਮਾਰਿਆ। ਅਤੇ ਫਿਰ ਸਾਧ ਸੰਗਤ ਜੀਓ, ਉਹਨੂੰ ਮਹਾਤਮਾ ਨੂੰ ਸਜ਼ਾ ਲਾਈ ਸੀ ਰਾਮ ਨੇ। ਆਪਾਂ ਕਹਿੰਦੇ ਰਾਮ ਰਾਜ, ਰਾਮ ਦੇ ਉਪਾਸ਼ਕ, ਵੇਖੋ ਕਿੰਨੇ ਮਹੀਨੇ ਹੋ ਗਏ, 6 ਮਹੀਨੇ ਦੀ ਠੰਡ ਪੂਰੀ ਦੀ ਪੂਰੀ ਕੜਾਕੇ ਦੀ। ਵੇਖੋ ਕਿਸਾਨ ਸੜਕਾਂ ਦੇ ਵਿਚਾਰੇ ਰੁਲ ਗਏ, ਤਰਲੇ ਮਾਰ ਮਾਰ ਹੰਭ ਗਏ। ਕਈ ਵਿਚਾਰੇ ਖੱਡਾਂ 'ਚ ਡਿੱਗ ਡਿੱਗ ਕੇ, ਜਿਸ ਰਾਹ ਦਾ ਪਤਾ ਨਾ ਹੋਵੇ ਹਨੇਰੇ 'ਚ ਬੰਦਾ ਧੋਖਾ ਖਾ ਜਾਂਦਾ। ਮੈਨੂੰ ਯਾਦ ਹੈ ਵੀ ਹੇਮਕੁੰਡ ਸਾਹਿਬ ਮੇਰੀ 2 ਤੋਂ 4 ਰੌਲ ਸੀਗੀ, ਅਜੇ ਆਪ ਦਾ ਗੁਰਦੁਆਰਾ, ਸਾਰਾ ਕੁਛ ਵੇਖਿਆ, ਮਸਾਂ ਹੀ ਖੱਡ 'ਚ ਡਿੱਗਣ ਤੋਂ ਬਚਿਆ। ਚੱਪਲ ਡਿੱਗ ਪਈ, ਮੈਂ ਕਿਹਾ ਵੀ ਚਲੋ ਕੋਈ ਗੱਲ ਨਹੀਂ। ਅਤੇ ਇਸ ਵਾਸਤੇ ਬੜੀ ਮੁਸ਼ਕਿਲ ਹੋ ਜਾਂਦੀ ਅਜਨਬੀ ਜਗ੍ਹਾ ਦੇ ਉੱਪਰ, ਅਤੇ ਉਹਨਾਂ ਲੋਕਾਂ ਦੇ ਕੰਨ 'ਤੇ ਜੋਈ ਨਹੀਂ ਸਰਕਦੀ ਜਿਹੜੇ ਰਾਮ ਦੇ ਉਪਾਸ਼ਕ ਨੇ। ਜੇ ਰਾਮ ਦਾ ਰਾਜ ਹੁੰਦਾ ਅਤੇ ਬੰਦਾ ਪੁੱਛੇ ਤਾਂ ਸਹੀ ਵੀ ਦੱਸੋ ਤੁਹਾਡੀ ਪ੍ਰੋਬਲਮ ਕੀ ਹੈ, ਕਿੱਡੀ ਕੁ ਵੱਡੀ ਗੱਲ ਹੈ, ਕੁਛ ਵੀ ਨਹੀਂ। ਹੁਣ ਤੁਹਾਡਾ ਘਰ ਹੈ, ਤੁਹਾਨੂੰ ਸਲਾਮਤ ਹੈ, ਤੁਹਾਡਾ ਪੈਲੀ ਬੰਨਾ, ਤੁਸੀਂ ਮੂਲੀਆਂ ਬੀਜੋ, ਗਾਜਰਾਂ ਬੀਜੋ, ਗੋਭੀ ਬੀਜੋ, ਕਣਕ ਬੀਜੋ, ਝੋਨਾ ਬੀਜੋ, ਜਿੰਨੀ ਮਰਜ਼ੀ ਜਿੱਥੇ ਮਰਜ਼ੀ ਵੇਚੋ, ਜਿੰਨਾ ਮਰਜ਼ੀ ਮੁੱਲ ਵੱਟੋ, ਆਪਦੀ ਖੁਸ਼ੀ ਨਾਲ। ਵੇਖੋ ਕਿਸਾਨ ਮੰਡੀਆਂ ਲੱਗਦੀਆਂ ਹੁੰਦੀਆਂ ਸੀ, ਹਰੇਕ ਐਤਵਾਰ, ਸੋਮਵਾਰ, ਮੰਗਲਵਾਰ, ਸਾਰੇ ਵਾਰ ਰੱਖੇ ਹੋਏ ਸਨ। ਆਪਦੀ ਖੁਸ਼ੀ ਦੇ ਨਾਲ ਜੋ ਮਰਜ਼ੀ ਸਮਾਨ ਭਰੋ ਟਰਾਲੀਆਂ 'ਚ, ਅਤੇ ਲੱਗਦਾ ਮੁੱਲ ਜਿੰਨਾ ਤੁਹਾਡਾ ਵੇਖਦਾ ਉਨੇ 'ਚ ਵੇਚੋ। ਕਿੱਡੀ ਕੁ ਮੁਸ਼ਕਿਲ ਹੈ, ਹੈਰਾਨੀ ਦੀ ਗੱਲ ਹੈ। ਟੁੱਟੀ ਜਿਹੀ ਬੋਤਲ ਹੈ, ਪਤਾ ਨਹੀਂ ਉਹ 'ਚ ਗੰਦਾ ਪਾਣੀ ਹੈ, ਮਾਫ਼ ਕਰਨਾ, ਪਤਾ ਨਹੀਂ ਚੰਗਾ, ਅਖੇ ਜੀ ਗੰਗਾ ਪਾਣੀ, ਗੰਗਾ ਜਲ, ਅਤੇ ਉਹ 20 ਰੁਪਈਆਂ ਤੋਂ ਘੱਟ ਨਹੀਂ ਮਿਲਦੀ। ਅਤੇ ਕਿਸਾਨ ਵਿਚਾਰਾ ਬੰਬੀਆਂ ਚਲਾ ਚਲਾ ਖੂਹ ਗੇੜ ਗੇੜ ਹੰਭ ਜਾਂਦਾ। ਕਿੰਨਾ ਪਾਣੀ ਵੇਖੋ ਪੈਲੀ ਨੂੰ ਲੱਗਦਾ। ਇੱਕ ਬੋਤਲ 20 ਰੁਪਈਆਂ ਦੀ ਵਿਕ ਰਹੀ ਹੈ, ਅਤੇ ਦੱਸੋ ਕਣਕ ਅਤੇ ਝੋਨੇ ਨੂੰ ਕਿੰਨਾ ਪਾਣੀ ਲੱਗਾ। ਬੰਦਾ ਪੁੱਛਣ ਵਾਲਾ ਤਾਂ ਹੋਵੇ ਸਹੀ ਇਹਨਾਂ ਲੋਕਾਂ ਨੂੰ ਵੀ ਕਿੱਧਰ ਤਾਂ ਤੁਹਾਡਾ ਰਾਮ ਰਾਜ ਹੋਏ। ਰਾਜ ਕਰਨਾ ਤੇ ਆਵੇ, ਭਾਵੇਂ ਰਾਮ ਵਰਗਾ ਹੀ ਕਰੋ, ਕਰੋ ਤਾਂ ਸਹੀ ਨਾ। ਕਿਸੇ ਦੀ ਗੱਲ ਤਾਂ ਸੁਣੋ, ਫਰਿਆਦ ਤਾਂ ਸੁਣੋ, ਤੁਹਾਡੇ ਤਾਂ ਕੰਨ 'ਤੇ ਜੂੰ ਨਹੀਂ ਸਰਕ ਰਹੀ। ਜਿਹੜੇ ਵਿਚਾਰੇ ਸਭ ਦੁਨੀਆ ਨੂੰ ਪਾਲ ਰਹੇ ਹਨ, ਉਹਨਾਂ ਦੇ ਪੈਰਾਂ 'ਚ ਕੰਡੇ ਵਿਛਾ ਤੇ
ਸੜਕਾਂ 'ਤੇ ਪੱਕੀਆਂ ਕੰਧਾਂ, ਕੰਕਰੀਟ, ਲੋਹੇ ਦੇ ਸੋ ਕੰਡੇ ਲਾ ਦਿੱਤੇ। ਦੱਸੋ ਕਿੰਨੀ ਕੁ ਦਿਆਨਤਦਾਰੀ ਹੈ। ਤੇ ਇਸ ਲਈ ਰਾਮ ਜੀ ਇੱਕ ਭਗਵਾਨ ਸੀਗੇ, ਚੰਗੇ ਇਨਸਾਨ ਸੀਗੇ। ਉਹਨਾਂ ਲੋਕਾਂ ਦਾ ਭਲਾ ਕੀਤਾ, ਕੁੱਤੇ ਦੀ ਵੀ ਫਰਿਆਦ ਸੁਣ ਕੇ ਅਤੇ ਉਹਦਾ ਵੀ ਨਿਆਂ ਕੀਤਾ। ਅਤੇ ਚੰਗੇ ਭਲੇ ਬੰਦੇ ਰੱਬ ਵਰਗੇ। ਤੋ ਵੇਖੋ, ਜੈ ਜਵਾਨ ਅਤੇ ਜੈ ਕਿਸਾਨ, ਇਹਦਾ ਨਾਅਰਾ ਪਹਿਲਾਂ ਸਾਡੇ ਲੋਕਾਂ ਨੇ ਦਿੱਤਾ ਅਤੇ ਦੋਨਾਂ ਨੂੰ ਲੜਾ ਕੇ ਅਤੇ ਆਪ ਤਮਾਸ਼ਾ ਵੇਖ ਰਹੇ ਨੇ। ਕਿੰਨੀ ਕੁ ਚੰਗੀ ਗੱਲ ਹੈ। ਅਤੇ ਇਸ ਵਾਸਤੇ ਬਿਲਕੁਲ ਪਖੰਡ ਹੈ। ਕੋਈ ਰਾਮ ਦਾ ਉਪਾਸ਼ਕ ਨਹੀਂ। ਸਿੱਖਿਆ ਮੰਨੇ ਤਾਂ ਸਹੀ, ਕਿਸੇ ਦੀ ਮੰਨ ਲਏ, ਕੋਈ ਬੁਰੀ ਸਿੱਖਿਆ ਤਾਂ ਨਹੀਂ ਹੈ। ਅਤੇ ਇਸ ਵਾਸਤੇ ਇਹ ਸਿਰਫ ਰਾਜਨੀਤੀ, ਲੋਕ ਰਾਜਨੀਤੀ ਕਰਦੇ ਹਨ। ਜੋ ਤਾਂ ਵੋਟਾਂ ਲੈਣੀਆਂ ਉਦੋਂ ਤਾਂ ਅਯੁੱਧਿਆ ਜੈ ਰਾਮ ਜੈ ਰਾਮ, ਫਿਰ ਤੂੰ ਕੌਣ ਅਤੇ ਮੈਂ ਕੌਣ। ਕੋਈ ਵੀ ਧਰਮ ਜਿਹੜਾ ਹੈ ਇਹ ਇਨਸਾਨੀ ਹੱਕਾਂ ਨੂੰ ਮਾਰਨ ਦੀ ਸਿਕਸ਼ਾ ਨਹੀਂ ਦਿੰਦਾ ਹੈ। ਇਸ ਵਾਸਤੇ ਰੱਬ ਨੂੰ ਭਾਵੇਂ ਮੰਨੋ ਨਾ ਮੰਨੋ, ਪਰ ਇਨਸਾਨ ਬੰਦੇ ਨੂੰ ਬੰਦਾ ਜ਼ਰੂਰ ਸਮਝੋ। ਇੰਨਾ ਕੁ ਧਰਮ ਸਾਨੂੰ ਜ਼ਰੂਰ ਸਿਖਾਉਂਦਾ, ਧੌਲ ਧਰਮ ਦਇਆ ਕਾ ਪੂਤ। ਰੱਬ ਪਾਉਣਾ ਦੀ ਬੜੀ ਦੂਰ ਦੀ ਬਾਤ ਹੈ। ਜਿਹੜੀ ਰੱਬ ਨੇ ਦੁਨੀਆ ਬਣਾਈ ਹੈ ਇਹਦੇ 'ਚ ਰਹਿਣਾ ਤਾਂ ਸਿੱਖ ਲਓ ਭਾਈ। ਸਾਡੇ ਨੂੰ ਤਾਂ ਪਸ਼ੂ ਚੰਗੇ ਨੇ, ਪਸ਼ੂ ਮਿਲੇ ਚੰਗਿਆਈਆਂ, ਖੜ ਖਾਵੇ ਅੰਮ੍ਰਿਤ ਦੇ, ਨਾਮ ਵੀ ਹੁਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ। ਤੋ ਇਸ ਤਰ੍ਹਾਂ ਕਲਯੁਗੀ ਜੀਵਨ ਦੇ ਆ ਜਿਹੜੇ ਹੱਤਿਆ ਆਦਿਕ ਦੇ ਦੋਸ਼ ਨੇ, ਇਹ ਕਿਤੇ ਮੰਤਰ ਪੜ੍ਹ ਕੇ ਦੂਰ ਨਾ ਕਰ ਲਿਆ ਕਰਨ। ਇਸ ਲਈ ਰਿਖੀਆਂ ਮੁਨੀਆਂ ਨੇ ਉਹਨਾਂ ਮੰਤਰਾਂ ਦੀ ਸ਼ਕਤੀ ਘਟਾ ਦਿੱਤੀ ਆਪ ਹੀ। ਫਿਰ ਇੱਕ ਸ਼ਿਵ ਜੀ ਦਾ ਉਪਾਸ਼ਕ ਬੋਲਿਆ ਕਿ ਗਾਇਤਰੀ ਮੰਤਰ ਨਾਲੋਂ ਸ਼ਿਵਾ ਦੀ ਉਪਾਸਨਾ ਕਰਨੀ ਚੰਗੀ ਹੈ। ਇਹ ਗੱਲ ਸੁਣ ਕੇ ਭਗਤ ਨਾਮਦੇਵ ਜੀ ਕਹਿਣ ਲੱਗੇ, ਪਾਂਡੇ ਤੁਮਰਾ ਮਹਾਦੇਵ, ਇਹ ਪੰਡਤ ਜੋ ਤੇਰਾ ਸ਼ਿਵ ਜੀ ਭਗਵਾਨ ਹੈ, ਧੌਲੇ ਬਲਦ ਚੜਿਆ ਆਵਤ ਦੇਖਿਆ ਥਾ। ਉਹ ਚਿੱਟੇ ਬਲਦ ਤੇ ਚੜਿਆ ਹੁੰਦਾ ਜਿਨ੍ਹਾਂ ਰਿਖੀਆਂ ਮੁਨੀਆਂ ਨੇ ਵੇਖਿਆ ਸੀ, ਉਹਨਾਂ ਦੁਆਰਾ ਮੈਂ ਸੁਣਿਆ, ਉਹਨਾਂ ਦੇ ਲਿਖੇ ਗ੍ਰੰਥਾਂ ਦੁਆਰਾ ਜਾਣਿਆ ਹੈ। ਮੋਦੀ ਕੇ ਘਰ ਖਾਣਾ ਪਾਕਾ, ਮੋਦੀ ਮੋਹ ਆਨੰਦ ਦੇਣ ਵਾਲੀ ਪਾਰਵਤੀ ਦੇ ਘਰ ਗ੍ਰਹਿ ਵਿੱਚ ਭੋਜਨ ਪੱਕਿਆ ਤਿਆਰ ਕੀਤਾ ਹੋਇਆ ਜਦ ਸ਼ਿਵਜੀ ਖਾਣ ਵਾਸਤੇ ਗਿਆ ਸੀ। ਵਾਹ ਕਾ ਲੜਕਾ ਮਾਰਿਆ ਥਾ, ਤਦ ਸ਼ਿਵਜੀ ਨੇ ਉਸ ਪਾਰਵਤੀ ਦਾ ਲੜਕਾ ਜਿਹੜਾ ਪੁੱਤਰ ਮਾਰ ਦਿੱਤਾ ਸੀ, ਜੋ ਪਾਰਵਤੀ ਨੇ ਆਪਣੇ ਸਰੀਰ ਦੀ ਮੈਲ ਤੋਂ ਬਣਾਇਆ ਸੀਗਾ। ਇਸ ਤਰ੍ਹਾਂ ਵੀ ਮੰਨਿਆ ਜਾਂਦਾ ਕਿ ਮੋਦੀ ਨਾਮ ਕਰਕੇ ਕਿ ਜ਼ਿਮੀਂਦਾਰ ਸ਼ਿਵਜੀ ਦਾ ਸੇਵਕ ਸੀ, ਜਾਂ ਇੱਕ ਮੋਦੀ ਨਾਮੇ ਰਾਜਾ ਸ਼ਿਵਜੀ ਦਾ ਉਪਾਸ਼ਕ ਸੀ। ਇੱਕ ਦਿਨ ਉਹਦੇ ਘਰ 'ਚ ਖਾਣਾ ਪੱਕਿਆ, ਆਪ ਸ਼ਿਵਜੀ ਨੂੰ ਖਵਾਉਣ ਵਾਸਤੇ ਭੋਜਨ ਤਿਆਰ ਕੀਤਾ ਸੀ। ਉਹਦਾ ਲੜਕਾ ਸ਼ਿਵਜੀ ਨੇ ਤਦ ਮਰਵਾ ਦਿੱਤਾ ਸੀ। ਜਦ ਮੋਦੀ ਨੇ ਥਾਲ ਪਰੋਸ ਕੇ ਸ਼ਿਵਜੀ ਅੱਗੇ ਲਿਆ ਰੱਖਿਆ ਸੀ, ਸ਼ਿਵਜੀ ਕਹਿਣ ਲੱਗਾ ਕਿ ਪਹਿਲਾਂ ਮੇਰੇ ਬਲਦ ਨੂੰ ਖਾਣਾ ਦੇ, ਫਿਰ ਮੈਂ ਭੋਜਨ ਖਾਵਾਂਗਾ। ਉਸ ਵੇਲੇ ਮੋਦੀ ਨੇ ਹਰਾ ਹਰਾ ਘਾਹ ਮੰਗਵਾ ਦਿੱਤਾ। ਸ਼ਿਵਜੀ ਕਹਿਣ ਲੱਗਾ ਕਿ ਬੈਲ ਘਾਹ ਨਹੀਂ ਖਾਂਦਾ, ਇਹ ਤਾਂ ਤੇਰੇ ਪੁੱਤਰ ਦਾ ਮਾਸ ਖਾਵੇਗਾ। ਇਹ ਗੱਲ ਸੁਣ ਕੇ ਸ਼ਰਧਾਲੂ ਮੋਦੀ ਨੇ ਆਪਣੇ ਪੁੱਤਰ ਸ਼ਿਵਜੀ ਦੇ ਕੋਲ ਲਿਆ ਕੇ ਖੜਾ ਕਰ ਦਿੱਤਾ। ਸ਼ਿਵਜੀ ਨੇ ਬੈਲ ਤੋਂ ਬੁਰਕੀਆਂ ਵਢਾ ਵਢਾ ਕੇ ਲੜਕਾ ਮਰਵਾ ਦਿੱਤਾ ਸੀ। ਇਹ ਪੰਡਤ, ਤੂੰ ਉਸ ਨਿਰਦਈ ਸ਼ਿਵਜੀ ਦਾ ਉਪਾਸ਼ਕ ਹੈ ਜਾਂ ਪਾਰਵਤੀ ਬਾਬਤ ਗਣੇਸ਼ ਦੀ ਸਾਖੀ ਇੰਜ ਉਹਨਾਂ ਦੇ ਗ੍ਰੰਥਾਂ 'ਚ ਲਿਖੀ ਹੈ ਕਿ ਇੱਕ ਵਾਰ ਸ਼ਿਵਜੀ ਪਾਰਵਤੀ ਨੂੰ ਰੋਟੀ ਤਿਆਰ ਕਰਨ ਵਾਸਤੇ ਕਹਿ ਕੇ ਆ ਬਾਹਰ ਨੂੰ ਚਲਾ ਗਿਆ ਅਤੇ ਕਹਿੰਦਾ ਮੈਂ ਹੁਣੇ ਆਉਂਦਾ, ਤੂੰ ਰੋਟੀ ਤਿਆਰ ਕਰ। ਅਤੇ ਉਹਨੇ ਤਿਆਰ ਕਰਕੇ ਸਰੀਰ 'ਤੇ ਵਟਣਾ ਮਲਿਆ। ਵਟਣਾ ਮਲ ਤੋਂ ਬਾਅਦ ਜਿਹੜੀ ਸਰੀਰ ਤੋਂ ਮੈਲ ਉਤਰੀ, ਉਹਨੇ ਸ਼ਕਤੀ ਨਾਲ ਉਹਦੀ ਮੈਲ ਦਾ ਬੱਚੇ ਦੀ ਸ਼ਕਲ ਦਾ ਪੁਤਲਾ ਬਣਾ ਕੇ ਸ਼ਕਤੀ ਨਾਲ ਉਹ 'ਚ ਜਾਨ ਪਾ ਦਿੱਤੀ। ਉਹਨੂੰ ਸਮਝਾ ਕੇ ਦਰਵਾਜ਼ੇ ਦੇ ਪਹਿਰੇ 'ਤੇ ਲਾ ਦਿੱਤਾ ਕਿ ਮੈਂ ਇਸ਼ਨਾਨ ਕਰਨ ਲੱਗੀ, ਇੱਧਰ ਕੋਈ ਆਵੇ ਨਾ। ਉਹ ਲੜਕਾ ਬਾਹਰ ਦਰਵਾਜ਼ੇ 'ਤੇ ਖੜ੍ਹਾ ਹੀ ਸੀ ਕਿ ਕੁਝ ਸਮੇਂ ਬਾਅਦ ਸ਼ਿਵਜੀ ਆ ਗਿਆ। ਜਦ ਅੰਦਰ ਜਾਣ ਲੱਗਿਆ, ਲੜਕੇ ਨੇ ਰੋਕਿਆ ਅਤੇ ਕਹਿਣ ਲੱਗਾ ਵੀ ਮੇਰੀ ਮਾਂ ਅੰਦਰ ਇਸ਼ਨਾਨ ਕਰ ਰਹੀ ਆ, ਆਪ ਜਰਾ ਠਹਿਰ ਜਾ। ਕਹਿਣ ਲੱਗਾ ਆਇਆ ਤੂੰ ਵੱਡਾ ਮਾਂ ਵਾਲਾ, ਦੱਸਦਾ ਮੈਂ ਤੈਨੂੰ। ਤਰਸ਼ੂਲ ਕੱਢ ਕੇ ਉਹਦਾ ਸਿਰ ਵੱਢਤਾ ਅਤੇ ਅੰਦਰ ਚਲਿਆ ਗਿਆ। ਕਹਿਣ ਲੱਗੀ ਤੁਹਾਨੂੰ ਕਿਸੇ ਰੋਕਿਆ ਨਹੀਂ? ਕਹਿੰਦਾ ਵੀ ਇੱਕ ਲੜਕੀ ਨੇ ਰੋਕਿਆ ਤਾਂ ਸੀ, ਪਰ ਮੈਂ ਉਹਦਾ ਸਿਰ ਵੱਢ ਦਿੱਤਾ ਅਤੇ ਅੰਦਰ ਆ ਗਿਆ। ਇਹ ਸੁਣ ਕੇ ਉਹ ਰੋਣ ਲੱਗ ਪਈ। ਕਹਿਣ ਲੱਗੀ ਪਹਿਲਾਂ ਮੇਰੀ ਲੜਕੀ ਨੂੰ ਜਿਉਂਦਾ ਕਰ, ਮੈਂ ਬਾਅਦ 'ਚ ਹੋਰ ਕੰਮ ਕਰਾਂਗੀ, ਰੋਟੀ ਰਾਟੀ ਹੁਣ ਭੁੱਲ ਜਾ। ਫਿਰ ਸ਼ਿਵਜੀ ਕਹਿਣ ਲੱਗਾ ਮੇਰੇ ਤਰਸ਼ੂਲ ਦਾ ਕੱਟਿਆ ਸਿਰ ਦੁਬਾਰਾ ਉਸੇ ਧੜ ਨਾਲ ਨਹੀਂ ਜੁੜ ਸਕਦਾ।
ਸ਼ਿਵ ਜੀ ਉਹਨੂੰ ਜਿਉਂਦਾ ਕਰਨ ਲਈ ਬੜਾ ਭੱਜਿਆ। ਆਖਰ ਸ਼ਿਵ ਜੀ ਦੀ ਨਜ਼ਰ ਇੱਕ ਹਥਨੀ ਦੇ ਬੱਚੇ 'ਤੇ ਪਈ, ਜਿਹੜੀ ਉਹਦੇ ਨਾਲ ਪਿੱਠ ਕਰਕੇ ਸੁੱਤੀ ਹੋਈ ਸੀ, ਜਿਹਨੇ ਪਰਬਤ ਨਾਲ ਖਹਿ ਕੇ ਆਪਣਾ ਦੰਦ ਤੁੜਵਾ ਲਿਆ ਸੀ। ਉਹਦੀ ਮਾਤਾ ਹਥਨੀ ਉਸ ਵੱਲ ਕੰਡ ਕਰੀ ਬੈਠੀ। ਸ਼ਿਵ ਜੀ ਨੇ ਉਹ ਹਥਨੀ ਦੇ ਬੱਚੇ ਦਾ ਸਿਰ ਕੱਟ ਕੇ ਲਿਆਂਦਾ ਅਤੇ ਉਸ ਕੱਟੇ ਹੋਏ ਧੜ ਦੇ ਨਾਲ ਲਿਆ ਕੇ ਜੋੜਤਾ। ਜਦ ਹਾਥੀ ਦਾ ਸਿਰ ਰੱਖ ਦਿੱਤਾ ਤਾਂ ਉਹਦਾ ਸਰੀਰ ਬੜਾ ਕਰੂਪ ਜਿਹਾ ਲੱਗੇ। ਫਿਰ ਪਾਰਵਤੀ ਕਹਿਣ ਲੱਗੀ, ਇਹ ਮੇਰਾ ਪੁੱਤਰ ਨਹੀਂ, ਮੈਂ ਨਹੀਂ ਮੰਨਦੀ, ਇਹਨੂੰ ਆਪਣਾ ਪੁੱਤਰ, ਮੈਨੂੰ ਤਾਂ ਆਪਣਾ ਪੁੱਤਰ ਦੇ। ਜਦ ਪਾਰਵਤੀ ਨੇ ਇਸ ਤਰ੍ਹਾਂ ਕਿਹਾ ਤਾਂ ਕਹਿਣ ਲੱਗਾ, ਮੈਨੂੰ ਵਰ ਦਿੰਦਾ ਕਿ ਹਿੰਦੂ ਲੋਕ ਇਹਦੀ ਪੂਜਾ ਕਰਿਆ ਕਰਨਗੇ। ਫਿਰ ਰਾਮਚੰਦਰ ਜੀ ਦਾ ਉਪਾਸ਼ਕ ਬੋਲਿਆ ਕਿ ਰਾਮਚੰਦਰ ਦੀ ਉਪਾਸਨਾ ਕਰਨੀ ਸਭ ਤੋਂ ਚੰਗੀ ਹੈ। ਇਹ ਗੱਲ ਸੁਣ ਕੇ ਨਾਮਦੇਵ ਜੀ ਕਹਿਣ ਲੱਗੇ, ਪਾਂਡੇ ਤੁਮਰਾ ਰਾਮਚੰਦ ਸੋ ਭੀ ਆਵਤ ਦੇਖਿਆ ਥਾ। ਇਹ ਪੰਡਿਤ, ਜੋ ਤੇਰਾ ਤ੍ਰੇਤੇ ਦਾ ਅਵਤਾਰ ਰਾਮਚੰਦਰ, ਉਹ ਵੀ ਅਸੀਂ ਪਿਛਲੇ ਜਨਮ 'ਚ ਤਪੱਸਿਆ ਕਰਦਿਆਂ ਆਉਂਦਾ ਵੇਖਿਆ ਸੀ। ਰਾਵਨ ਸੇਤੀ ਸਰਬਰ ਹੋਈ। ਜਾਂ ਉਹਨੂੰ ਜਾਂ ਰਖੀਆਂ ਮੁੰਨੀਆਂ ਨੂੰ ਆਉਂਦਾ ਵੇਖਿਆ, ਉਹਨਾਂ ਦੇ ਲਿਖੇ ਗ੍ਰੰਥਾਂ ਦੁਆਰਾ ਜਾਣਿਆ ਜਾਂ ਉਹਨਾਂ ਤੋਂ ਸੁਣਿਆ ਕਿ ਰਾਮ ਜੀ ਦੀ ਰਾਵਣ ਨਾਲ ਬਰਾਬਰੀ ਹੋ ਗਈ। ਘਰ ਕੀ ਜੋਏ ਗਵਾਈ ਥੀ। ਤੇ ਰਾਮ ਨੇ ਆਪਣੇ ਘਰ ਦੀ ਇਸਤਰੀ ਸੀਤਾ ਗਵਾ ਬੈਠਾ ਸੀਗਾ। ਰਾਵਣ ਦੀ ਇੱਕ ਸੂਪਨਖਾ ਨਾਮੇ ਭੈਣ ਸੀਗੀ, ਸਰੂਪਨਖਾ ਜਾਂ ਸਰੂਪਨਖਾ ਭਾਵ ਛੱਜ ਵਰਗੇ ਨਹੁੰਆਂ ਵਾਲੀ ਸੀ। ਸਰੂਪ ਛੱਜ ਵਰਗੇ ਨਖਾ ਨਹੁੰਆਂ ਵਾਲੀ। ਰਮਾਇਣ 'ਚ ਲਿਖਿਆ ਕਿ ਰਾਮਚੰਦਰ 'ਤੇ ਮੋਹਿਤ ਹੋ ਗਈ ਸੀ। ਜਦ ਇਹਨੇ ਰਾਮਚੰਦਰ ਜੀ ਨੂੰ ਵਰਨਾ ਚਾਹਿਆ ਤਾਂ ਰਾਮ ਜੀ ਮਰਯਾਦਾ ਪੁਰਸ਼ੋਤਮ ਜਤੀ ਸਤੀ ਮਹਾਂਪੁਰਖ ਸੀਗੇ। ਕਹਿਣ ਲੱਗੇ, ਭਲੀਏ ਮਾਨਸੇ ਵੀ ਆਪਾਂ ਤਾਂ ਅੱਗੇ ਜੰਗਲਾਂ 'ਚ ਤੁਰੇ ਫਿਰਦੇ ਹਾਂ, ਵੀ ਤੂੰ ਸਾਡਾ ਖੜਾ ਕਿਉਂ ਕਰਦੀ ਹੈ? ਮੇਰੀ ਤਾਂ ਆਪਦੀ ਘਰ ਵਾਲੀ ਆ। ਲਛਮਣ ਨਹੀਂ ਵਿਆਹ, ਇਹਦੇ ਕੋਲ ਚੱਲ ਜਾ। ਉਹ ਕਹਿਣ ਲੱਗਾ ਵੀ ਮੈਂ ਤਾਂ ਆਪ ਨਹੀਂ ਲੂਣ ਖਾਧਾ, ਮੈਂ ਤਾਂ ਉਹਨੂੰ ਮਾਰਨਾ ਦੂਜੇ ਨੂੰ, ਉਹ ਜਿਹੜਾ ਰਾਵਣ ਦਾ ਭਰਾ ਸੀਗਾ ਕੁੰਭਕਰਨ, ਮੇਘਨਾਥ ਆਦਿਕ। ਅਤੇ ਇਹ ਜਾਤ ਸਤ ਵਾਲਾ ਸੀਗਾ। ਕਹਿੰਦਾ ਵੀ ਤੂੰ ਮੇਰਾ ਖਹਿੜਾ ਨਾ ਕਰ, ਜਤੀ ਸੀ। ਦੂਜਾ ਮੇਰੇ ਘਰ 'ਚ, ਅਤੇ ਇਹ ਜੋ ਮੇਰੀ ਮਾਤਾ ਹੈ ਉਹਨੇ ਮੈਨੂੰ ਸਿੱਖਿਆ ਦਿੱਤੀ ਹੈ ਵੀ ਭਰਜਾਈ ਨੂੰ ਆਪਦੀ ਮਾਂ ਸਮਝਣਾ ਹੈ, ਅਤੇ ਮੈਂ ਇਹਨਾਂ ਦੀ ਸੇਵਾ ਦੇ ਵਿੱਚ ਰਹਿ ਰਿਹਾ ਹਾਂ, ਅਤੇ ਆਪਾਂ ਅੱਗੇ ਬਣੋਵਾਸ ਦਾ ਦੁੱਖ ਭੋਗ ਰਹੇ ਹਾਂ, ਵੀ ਤੂੰ ਆਪਦੇ ਘਰ ਨੂੰ ਜਾ। ਮੁੜ ਇਹਨੂੰ ਰਾਮ ਦੇ ਕੋਲ ਭੇਜਤਾ। ਅਖੀਰ ਨੂੰ ਇਹ ਕ੍ਰੋਧਿਤ ਹੋ ਕੇ ਵੀ ਇਹ ਮੇਰੇ ਵੱਲ ਵੇਖ ਹੀ ਨਹੀਂ ਰਹੇ, ਸੀਤਾ ਨਾਲ ਲੜ ਪਈ। ਰਾਮਚੰਦਰ ਨੇ ਸੈਨਤ ਨਾਲ ਲਛਮਣ ਨੂੰ ਆਖਿਆ ਵੀ ਇਹਦਾ ਹੁਣ ਕੁਛ ਕਰ। ਅਤੇ ਉਹਨੇ ਗੁੱਸੇ 'ਚ ਆ ਕੇ ਜਦ ਰੌਲਾ ਹੀ ਪਾਈ ਗਈ, ਮਗਰੋਂ ਹਟਿਓ ਹੀ ਨਾ, ਅਤੇ ਸੂਪਨਖਾ ਦਾ ਨੱਕ 'ਤੇ ਕੰਨ ਵੱਢ ਸੁੱਟਿਆ। ਇਹਨੇ ਆਪਦੇ ਭਰਾ ਨੂੰ ਆਪਦੀ ਗਲਤੀ ਤਾਂ ਨਹੀਂ ਦੱਸੀ ਵੀ ਮੈਂ ਉਹਨਾਂ ਦੇ ਮਗਰ ਪੈ ਗਈ ਸੀ, ਉਹਨਾਂ ਦੀ ਗਲਤੀ ਦੱਸਦੀ ਵੀ ਮੇਰੇ ਵੇਖ ਨੱਕ ਵੱਢਤਾ, ਅਤੇ ਉਹਨੇ ਕੋਈ ਪਰਵਾਹ ਨਾ ਕੀਤੀ। ਫਿਰ ਇਹਨੇ ਛਲ ਕਰਦੇ ਆਖਿਆ ਵੀ ਮੈਂ ਤੇਰੇ ਵਾਸਤੇ ਰਾਮ ਦੇ ਘਰ ਸੋਹਣੀ ਇਸਤਰੀ ਸੀਤਾ ਉਹ ਲਿਆਂਦੀ ਵੇਖਣੀ ਚਾਹੁੰਦੀ ਹਾਂ। ਲੈਣ ਗਈ ਸੀਗੀ ਅਤੇ ਇਸ ਤਰ੍ਹਾਂ ਮੇਰੇ ਨਾਲ ਹੋਇਆ। ਤਾਂ ਆਪਣੀ ਭੈਣ ਦਾ ਬਦਲਾ ਲੈਣ ਲਈ ਜੋਗੀ ਬਣ ਕੇ ਉਹਨੇ ਸੀਤਾ ਚਰਾਈ, ਜਿਸ ਕਾਰਨ ਰਾਮ ਅਤੇ ਰਾਵਣ ਦਾ ਯੁੱਧ ਹੋਇਆ। ਇਉਂ ਰਾਮਚੰਦਰ ਜੀ ਦੀ ਰਾਵਣ ਦੇ ਨਾਲ ਬਰਾਬਰੀ ਹੋ ਗਈ ਅਤੇ ਰਾਮ ਨੇ ਆਪਣੇ ਘਰ ਦੀ ਇਸਤਰੀ ਸੀਤਾ ਨੂੰ ਗਵਾ ਲਿਆ। ਫਿਰ ਪੰਡਿਤ ਕਹਿਣ ਲੱਗਾ, ਮੈਂ ਤਾਂ ਕਿਸੇ ਦੀ ਵੀ ਉਪਾਸਨਾ ਨਹੀਂ ਕਰਦਾ। ਭਗਤ ਨਾਮਦੇਵ ਜੀ ਕਹਿਣ ਲੱਗੇ, ਤੂੰ ਇੰਨੀਆਂ ਦੀ ਉਪਾਸਨਾ ਬਾਬਤ ਦੱਸਿਆ ਅਤੇ ਹੁਣ ਤੂੰ ਮੁੱਕਰਦਾ ਪਿਆ, ਇਸ ਕਰਕੇ ਹੁਣ ਤੂੰ ਮੇਰੀ ਗੱਲ ਸੁਣ। ਹਿੰਦੂ ਅੰਨਾ ਦੁਰਕੂ ਕਾਣਾ। ਆ ਵੇਖ ਲਓ ਭਗਤ ਨਾਮਦੇਵ ਜੀ ਨੇ ਕੀ ਆਖਿਆ। ਕਹਿੰਦੇ ਇਸ ਕਰਕੇ ਮੈਂ ਹਿੰਦੂ ਨੂੰ ਅੰਨਾ ਆਖਿਆ ਹੈ, ਕਿਉਂਕਿ ਹਿੰਦੂ ਸ਼ਰਧਾ ਅਤੇ ਗਿਆਨ ਰੂਪੀ ਨੇਤਰਾਂ ਤੋਂ ਰਹਿਤ ਹੁੰਦਾ ਹੈ। ਭਾਵ ਹਿੰਦੂ ਨੂੰ ਪੂਰੀ ਸ਼ਰਧਾ ਨਹੀਂ ਹੁੰਦੀ ਅਤੇ ਨਾ ਹੀ ਪੂਰਾ ਨਿਰਗੁਣ ਸਰੂਪ ਦਾ ਗਿਆਨ ਹੁੰਦਾ, ਇਸ ਲਈ ਅੰਨਾ ਹੈ। ਅਤੇ ਤੁਰਕੂ ਮੁਸਲਮਾਨ ਇਸ ਕਰਕੇ ਕਾਣਾ ਭਾਵ ਇੱਕ ਅੱਖ ਵਾਲਾ, ਕਿਉਂਕਿ ਮੁਸਲਮਾਨ ਦੇ ਅੰਦਰ ਆਪਣੇ ਖੁਦਾ 'ਤੇ ਪੂਰੀ ਸ਼ਰਧਾ, ਪਰੰਤੂ ਗਿਆਨ ਰੂਪੀ ਇੱਕ ਅੱਖ ਨਹੀਂ ਹੈ। ਜਾਂ ਮੁਸਲਮਾਨ ਇੱਕ ਖੁਦਾ ਨੂੰ ਮੰਨਦਾ ਅਤੇ ਆਪਣੀ ਸ਼ਰਧਾ 'ਚ ਪੱਕਾ, ਇਨਸਾਨ ਕੋ ਖੁਦਾ ਮਤ ਕੋਈ ਬੰਦਾ ਖੁਦਾ ਨਹੀਂ ਹੈ। ਇੱਕ ਮਸੀਤ ਦੇ ਵਿੱਚ ਹੀ ਉਹ ਖੁਦਾ ਨੂੰ ਮੰਨਦਾ, ਇੱਕ ਦਿਸ਼ਾ ਦੇ ਵਿੱਚ ਹੀ, ਦੱਖਣ ਦੇਸ ਹਰੀ ਕਾ ਬਾਸਾ ਪੱਛਮ ਅੱਲੇ ਮਕਾਮਾ, ਕਾਬੇ 'ਚ ਹੀ ਮੰਨਦਾ, ਹੋਰ ਨਹੀਂ ਕਿਤੇ ਮੰਨਦਾ। ਤੋ ਇਸ ਲਈ
ਉਹ ਇੱਕ ਅੱਖ ਨਾਲ ਵੇਖਦਾ ਹੈ, ਖੁਦਾ ਨੂੰ ਵੇਖਦਾ ਤਾਂ ਹੈ ਪਰ ਇੱਕ ਮਸੀਤ 'ਚ ਹੀ, ਮੰਦਰ 'ਚ ਨਹੀਂ ਜਾਂ ਕਿਸੇ ਹੋਰ ਇਨਸਾਨ 'ਚ ਨਹੀਂ। ਅਤੇ ਹਿੰਦੂ ਅੰਨਾ ਨੂੰ ਬਿਲਕੁਲ ਹੀ ਕੁਝ ਨਹੀਂ ਦਿਖਦਾ, ਇਨਸਾਨ ਨੂੰ ਇਨਸਾਨ ਸਮਝਦਾ ਹੀ ਨਹੀਂ ਹੈ। ਦੋਹਾਂ ਤੇ ਗਿਆਨੀ ਸਿਆਣਾ, ਇਸ ਲਈ ਨਾ ਹਮ ਹਿੰਦੂ ਨਾ ਮੁਸਲਮਾਨ। ਕੌਣ ਹੋ? ਸਿੱਖ। ਸਿੱਖ ਕੌਣ ਹੈ? ਉਹ ਹਿੰਦੂਆਂ 'ਚੋਂ ਵੀ ਹੋ ਸਕਦਾ, ਮੁਸਲਮਾਨਾਂ 'ਚੋਂ ਵੀ ਹੋ ਸਕਦਾ। ਜਿਹੜਾ ਸਿੱਖ ਹੈ, ਜਿਹਨੇ ਗੁਰੂ ਨਾਨਕ ਸਾਹਿਬ ਦੀ ਸਿੱਖਿਆ ਮੰਨੀ, ਅੰਮ੍ਰਿਤ ਤਾਂ ਗੁਰੂ ਗੋਬਿੰਦ ਸਿੰਘ ਨੇ ਛਕਾਇਆ ਸੀਗਾ, ਪਹਿਲਾਂ ਗਾਤਰੇ ਥੋੜ੍ਹੇ ਹੁੰਦੇ ਸੀ। ਹਾਂ, ਕੇਸਾਧਾਰੀ ਜ਼ਰੂਰ ਸਨ, ਇਸ ਲਈ ਬ੍ਰਾਹਮਣ ਵੀ ਸੀ ਮਹਾਰਾਜ ਦੇ ਸਿੱਖ, ਅਤੇ ਮੁਸਲਮਾਨ ਵੀ ਸੀਗੇ। ਹੁਣ ਥੋੜ੍ਹਾ ਪਹਿਰਾਵਾ ਜਿਹੜਾ ਆਪਦੇ ਹਿਸਾਬ ਦਾ ਮਹਾਰਾਜ ਨੇ ਬਣਾ ਕੇ ਨਿਸ਼ਾਨੀ ਲਾਈ ਹੈ। ਸਿੱਖਿਆ ਨੂੰ ਮੰਨਣ ਵਾਲਾ ਸਿੱਖ ਹੈ, ਉਹ ਕਿਸੇ ਵੀ ਧਰਮ 'ਚੋਂ ਸਿੱਖਿਆ ਲੈ ਸਕਦਾ, ਕੋਈ ਵੀ, ਭਾਵੇਂ ਬੋਧੀ ਹੈ, ਜੋ ਵੀ ਹੈ। ਸਿੱਖਿਆ ਜਿਹੜੀ ਹੈ ਸਾਂਝੀ ਹੈ, ਇਕੱਲੇ ਇੱਕ ਵਾਸਤੇ ਨਹੀਂ। ਮਹਾਰਾਜ ਨੇ ਇਨਸਾਨੀਅਤ ਦੇ ਨਾਮ 'ਤੇ ਸਿੱਖਿਆ ਦਿੱਤੀ ਹੈ। ਬੰਦੇ ਖੋਜ ਦਿਲ ਹਰ ਰੋਜ਼, ਬੰਦੇ ਦੇ ਨਾਲ ਪੁਕਾਰਿਆ। ਤੋ ਇਸ ਵਾਸਤੇ ਹਿੰਦੂ ਅਤੇ ਮੁਸਲਮਾਨ ਦੋਨਾਂ ਤੋਂ ਜਿਹੜਾ ਗਿਆਨਵਾਨ ਪੁਰਖ ਹੈ ਉਹ ਬੁੱਧੀਮਾਨ ਹੈ, ਗੁਰੂ ਤੇਗ ਬਹਾਦਰ ਸਾਹਿਬ ਜੀ ਵਰਗਾ। ਸੋ ਪੈ ਕਾਹੂ ਕੋ ਦੇਤ ਨ ਪੈ ਮਾਨਤ ਆਣ, ਕਹੋ ਨਾਨਕ ਸੁਨ ਰੇ ਮਨ ਗਿਆਨੀ ਤਾਹੇ ਬਖਾਣ। ਹਿੰਦੂ ਪੂਜੈ ਦੇਹੁਰਾ, ਜਿਹੜਾ ਹਿੰਦੂ ਹੈ ਇਹ ਮੰਦਰਾਂ 'ਚ ਬਣੀਆਂ ਪੱਥਰ ਦੀਆਂ ਮੂਰਤੀਆਂ ਦਾ ਪੂਜਦਾ। ਅਤੇ ਵੇਖੋ ਚੰਗੇ ਭਲੇ ਜਿਉਂਦੇ ਜਾਗਦੇ ਕਿਸਾਨ ਨੂੰ ਵਿਚਾਰੇ ਕਿੰਨੇ ਵੇਖੋ ਦੁਖੀ ਹਨ। ਬੰਦੇ ਨੂੰ ਬੰਦਾ ਨਹੀਂ ਸਮਝਦਾ, ਪੱਥਰ ਨੂੰ ਭਗਵਾਨ ਮੰਨਦਾ, ਪਰ ਇਨਸਾਨ ਨੂੰ ਇਨਸਾਨ ਵੀ ਨਹੀਂ ਸਮਝਦਾ ਹੈ। ਮੁਸਲਮਾਨ ਮਸੀਤ, ਜਿਹੜੇ ਮੁਸਲਮਾਨ ਨੇ ਕਰਦੇ ਉਹ ਵੀ ਪੱਥਰ ਦੀ ਪੂਜਾ ਹੀ ਹਨ। ਤੋ ਸ਼ਿਵਲਿੰਗ ਹੀ ਹੈ ਉੱਥੇ ਕਾਬੇ ਦੇ ਵਿੱਚ, ਮੰਦਰ ਦੇ ਵਿੱਚ, ਉਹ ਇਕੱਲੇ ਮਸੀਤ ਅੱਗੇ ਸਿਜਦਾ ਕਰਦੇ ਹਨ। ਨਾਮੇ ਸੋਈ ਸੇਵਿਆ, ਇਸ ਲਈ ਫਰੀਦ ਜੀ ਕਹਿੰਦੇ, ਫਰੀਦਾ ਖਾਲਕ ਖਲਕ ਮੈਂ, ਖਲਕ ਵਸੈ ਰੱਬ ਮਾਹੇ, ਮੰਦਾ ਕਿਸ ਨੂੰ ਆਖੀਐ ਜਾਂ ਤਿਸ ਬਿਨ ਕੋਈ ਨਾ ਹੈ।